ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਇਹ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਾਰੇ ਵਿਦਿਆਰਥੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਟੌਪਿਕ ਦੀ ਵੀਡੀਓ ਲੈਕਚਰ ਦੇ ਨਾਲ ਨਾਲ ਤੁਹਾਨੂੰ PDF ਵੀ ਭੇਜੀ ਜਾ ਰਹੀ ਹੈ। ਪਹਿਲਾਂ ਤੁਸੀਂ PDF ਕਾਪੀ 'ਤੇ ਨੋਟ ਕਰ ਲੈਣੀ ਹੈ PDF ਤੋਂ ਦੇਖ ਕੇ। ਉਸ ਤੋਂ ਬਾਅਦ ਵੀਡੀਓ ਲੈਕਚਰ ਸੁਣਨਾ ਹੈ ਅਤੇ ਕਾਪੀ 'ਚੋਂ ਦੇਖ ਕੇ ਨਾਲ ਸਮਝੀ ਜਾਣਾ ਹੈ। ਆਪਾਂ ਨੇ ਪਿਛਲੇ ਲੈਕਚਰ ਦੇ ਵਿੱਚ ਫੋਰੀਅਰ ਟਰਾਂਸਫਾਰਮ ਦੀਆਂ ਐਪਲੀਕੇਸ਼ਨ ਕੀਤੀਆਂ ਸੀਗੀਆਂ। ਉਹਨਾਂ ਵਿੱਚੋਂ ਜਿਹੜੇ ਤੁਹਾਨੂੰ ਲਾਸਟ ਟਾਈਮ ਹੋਮਵਰਕ ਦਿੱਤਾ ਸੀਗਾ, ਉਹਨਾਂ ਦੇ ਵਿੱਚੋਂ ਇੱਕ 7th ਕੁਐਸਚਨ ਮੈਂ ਪਹਿਲਾਂ ਕਰਨ ਵਾਸਤੇ ਨਹੀਂ ਕਿਹਾ ਸੀ। ਉਹ 7th ਕੁਐਸਚਨ ਸਮਝਾਉਣਾ ਹੈ ਥੋੜ੍ਹਾ ਜਿਹਾ। ਜੋ 7th ਕੁਐਸਚਨ ਪਹਿਲਾਂ ਸਟੇਟਮੈਂਟ ਦੇਖਦੇ ਹਾਂ, ਫਿਰ ਸਮਝਦੇ ਹਾਂ ਇਹ ਹੈ ਕਿਵੇਂ। ਆਪਾਂ ਨੂੰ ਗਿਵਨ ਆ ਕਿ ਫਾਈਂਡ ਦਾ ਸਟੱਡੀ ਟੈਂਪਰੇਚਰ ਇਨ ਸੈਮੀ ਇਨਫਰਾਰੈਡ ਸੋਲਿਡ y greater than 0। ਜੋ ਸਟੇਟਮੈਂਟ ਦੇਖਦੇ ਇੱਕ ਵਾਰੀ ਪੜ੍ਹ ਲਈਏ ਪਹਿਲਾਂ ਸਾਰੀ ਆਪਾਂ। ਯੂਜ਼ਿੰਗ ਦਾ ਕੋਸਾਈਨ ਫੋਰੀਅਰ ਟਰਾਂਸਫਾਰਮ, ਇਹ ਉਹਨਾਂ ਨੇ ਕਿਹਾ ਹੈ ਇਫ ਦਾ ਟੈਂਪਰੇਚਰ ਔਨ ਦਾ ਸਰਫੇਸ y equal to 0 is 1 over the strip minus alpha to alpha and is 0 outside the strip। ਸਭ ਤੋਂ ਮੇਨ ਗੱਲ ਜਿਹੜੀ ਇਸ ਕੁਐਸਚਨ ਵਿੱਚ ਹੈਗੀ ਆ, ਆਪਾਂ ਨੇ ਪਹਿਲਾਂ ਦੋ ਤਰ੍ਹਾਂ ਦੇ ਕੁਐਸਚਨ ਕੀਤੇ ਨੇ। ਇੱਕ ਸੀਗੇ ਆਪਣੇ ਕੋਲ, ਜੇ ਧਿਆਨ ਦੇ ਵਿੱਚ ਹੋਵੇ, ਇੱਕ ਸੀਗੀ ਆਪਣੇ ਕੋਲ ਹੀਟ ਇਕੁਏਸ਼ਨ ਵਾਲੇ ਕੁਐਸਚਨ, ਇੱਕ ਸੀਗੇ ਵੇਵ ਇਕੁਏਸ਼ਨ ਵਾਲੇ ਕੁਐਸਚਨ। ਇਹ ਦੋ ਤਰ੍ਹਾਂ ਦੇ ਕੁਐਸਚਨ ਪਹਿਲਾਂ ਆਪਾਂ ਕੀਤੇ ਹੈਗੇ ਨੇ। ਅਤੇ ਜੇ ਧਿਆਨ ਦੇ ਵਿੱਚ ਹੋਵੇ, ਹੀਟ ਇਕੁਏਸ਼ਨ ਵਿੱਚ ਵੀ ਜਿਹੜਾ ਟੈਂਪਰੇਚਰ ਹੁੰਦਾ ਸੀ ਆਪਣੇ ਕੋਲ ਹੀਟ ਇਕੁਏਸ਼ਨ ਦੇ ਵਿੱਚ, ਉਹ ਐਕਸ ਅਤੇ ਟਾਈਮ 'ਤੇ ਡਿਪੈਂਡ ਕਰਦਾ ਸੀ। ਅਤੇ ਵੇਵ ਇਕੁਏਸ਼ਨ ਦੇ ਵਿੱਚ ਆਪਣੇ ਕੋਲ ਜਿਹੜਾ ਵਾਈ ਡਿਸਪਲੇਸਮੈਂਟ ਸੀਗੀ, ਉਹ ਵੀ ਐਕਸ ਅਤੇ ਟਾਈਮ 'ਤੇ ਡਿਪੈਂਡ ਕਰਦੀ ਸੀ। ਹੁਣ ਇਹ 'ਚ ਨਵੀਂ ਗੱਲ ਇਹ ਆ ਰਹੀ ਹੈਗੀ ਆ, ਉਹ ਨਵੀਂ ਗੱਲ ਕੀ ਹੈ ਕਿ ਟੈਂਪਰੇਚਰ ਸਟੱਡੀ ਹੈ। ਸਟੱਡੀ ਟੈਂਪਰੇਚਰ ਉਹ ਹੁੰਦਾ ਹੈਗਾ ਜਿਹੜਾ ਟਾਈਮ ਨਾਲ ਚੇਂਜ ਨਾ ਹੋਵੇ। ਮਤਲਬ ਇਸ ਕੇਸ ਜਿਹੜਾ V ਟੈਂਪਰੇਚਰ ਆ, ਪਰ ਇਹ ਟਾਈਮ 'ਤੇ ਡਿਪੈਂਡ ਨਹੀਂ ਕਰ ਰਿਹਾ। ਇਹ ਨਵੀਂ ਚੀਜ਼ ਆ। ਮਤਲਬ ਇੱਥੋਂ ਆਪਾਂ ਨੂੰ ਆਈਡੀਆ ਹੋ ਜਾਏਗਾ ਕਿ ਨਾ ਇਹ ਹੀਟ ਇਕੁਏਸ਼ਨ ਲੱਗਣੀ ਹੈ ਇਹਦੇ ਵਿੱਚ, ਨਾ ਵੇਵ ਇਕੁਏਸ਼ਨ ਲੱਗਣੀ ਹੈ। ਅਤੇ ਹੋਰ ਆਪਾਂ ਧਿਆਨ ਰੱਖਣਾ ਕਿ ਇਹਦੇ ਵਿੱਚ ਜਿਹੜੀ ਟੈਂਪਰੇਚਰ ਦੀ ਗੱਲ ਹੋ ਰਹੀ ਹੈਗੀ ਆ, ਉਹਦੇ 'ਚ ਦੋ ਵੇਰੀਏਬਲ ਆ ਰਹੇ ਨੇ, ਇੱਕ ਐਕਸ ਆ ਰਿਹਾ, ਇੱਕ ਵਾਈ ਆ ਰਿਹਾ। ਤਾਂ ਇਸ ਕੇਸ ਦੇ ਵਿੱਚ ਆਪਣੇ ਕੋਲ ਜੇ ਟੈਂਪਰੇਚਰ ਦੇ ਵਿੱਚ ਦੋ ਵੇਰੀਏਬਲਸ ਹੋਣ ਆਪਣੇ ਕੋਲ, ਤਾਂ ਉਸ ਕੇਸ ਆਪਣੇ ਕੋਲ ਲੈਪਲੇਸ ਇਕੁਏਸ਼ਨ ਦਾ ਕੁਐਸਚਨ ਬਣੇਗਾ। ਲੈਪਲੇਸ ਇਕੁਏਸ਼ਨ ਇਹ ਹੁੰਦੀ ਹੈਗੀ ਆ ਕਰਲੀ 2v ਬਾਈ ਕਰਲੀ ਐਕਸ ਸਕੁਏਅਰ ਪਲੱਸ ਕਰਲੀ 2v ਬਾਈ ਕਰਲੀ ਵਾਈ ਸਕੁਏਅਰ। ਇਹਨੂੰ ਲੈਪਲੇਸ ਇਕੁਏਸ਼ਨ ਵੀ ਕਹਿੰਦੇ ਹਾਂ ਆਪਾਂ, ਹਾਰਮੋਨਿਕ ਇਕੁਏਸ਼ਨ ਵੀ ਕਹਿੰਦੇ ਹੈਗੇ। ਜਿਹੜਾ ਐਕਸ ਹੁੰਦਾ ਅਲੋਂਗ ਐਕਸ ਐਕਸਿਸ ਆ, ਜਿਹੜਾ ਵਾਈ ਹੁੰਦਾ ਅਲੋਂਗ ਵਾਈ ਐਕਸਿਸ ਆ, ਜਿਹੜਾ v ਹੋ ਗਿਆ ਪਹਿਲਾਂ ਕੀਤਾ ਟੈਂਪਰੇਚਰ ਰਿਪਰਜੈਂਟ ਕਰਦਾ ਹੈ। ਹੁਣ ਸਟੇਟਮੈਂਟ ਦੇਖਦੇ ਹਾਂ ਦੁਬਾਰਾ ਕੀ ਕਿਹਾ। ਟੈਂਪਰੇਚਰ ਸਟੱਡੀ ਆ, ਮਤਲਬ ਜਿਹੜਾ ਟੈਂਪਰੇਚਰ ਹੈਗਾ ਉਹ ਟਾਈਮ ਉੱਪਰ ਡਿਪੈਂਡ ਨਹੀਂ ਕਰਦਾ। ਤਾਂ ਟੈਂਪਰੇਚਰ ਕਿਹਦੇ ਉੱਪਰ ਡਿਪੈਂਡ ਕਰਦਾ? ਸਿਰਫ ਇੱਕ ਐਕਸ ਉੱਪਰ ਡਿਪੈਂਡ ਕਰ ਰਿਹਾ, ਇੱਕ ਵਾਈ ਉੱਪਰ ਡਿਪੈਂਡ ਕਰ ਰਿਹਾ, ਦੋ ਵੇਰੀਏਬਲ ਉੱਪਰ ਡਿਪੈਂਡ ਕਰ ਰਿਹਾ। ਇੱਥੋਂ ਦੇਖ ਕੇ ਵੀ ਲਾ ਸਕਦੇ ਕਿ ਵੀ ਐਕਸ ਵਾਈ ਉੱਪਰ ਡਿਪੈਂਡ ਕਰ ਰਿਹਾ, ਤਾਂ ਇਕੁਏਸ਼ਨ ਐਕਸ ਵਾਈ ਦੀ ਫਾਰਮ 'ਚ ਬਣੇਗੀ, ਮਤਲਬ ਲੈਪਲੇਸ ਇਕੁਏਸ਼ਨ ਬਣੇਗੀ ਇਸ ਕੇਸ 'ਚ। ਜੋ ਸਟੇਟਮੈਂਟ ਸਮਝਦੇ ਹਾਂ ਦੁਬਾਰਾ ਕੀ ਆ। ਫਾਈਂਡ ਦਾ ਸਟੱਡੀ ਟੈਂਪਰੇਚਰ, ਚਲੋ ਟੈਂਪਰੇਚਰ ਮਤਲਬ ਆਪਾਂ V ਫਾਈਂਡ ਕਰਨ ਵਾਸਤੇ ਕਿਹਾ ਉਹਨਾਂ ਨੇ। ਸੈਮੀ ਇਨਫਾਈਨਾਈਟ ਸੋਲਿਡ y greater than 0। ਹੁਣ ਇਹ ਗੱਲ ਦੇਖਣੀ ਹੈ, ਇੱਥੇ y ਜਿਹੜਾ ਹੁੰਦਾ 0 ਹੁੰਦਾ, ਨੀਚੇ y ਜਿਹੜਾ ਹੁੰਦਾ ਉਹ ਨੈਗੇਟਿਵ ਹੁੰਦਾ ਨਿਚਲੇ ਪਾਸੇ, ਉੱਪਰਲੇ ਪਾਸੇ ਜਿਹੜਾ y ਹੋ ਗਿਆ ਉਹ ਗ੍ਰੇਟਰ ਦੈਨ 0 ਹੁੰਦਾ। ਤਾਂ ਕਿਹੜੇ ਸੋਲਿਡ ਦੀ ਗੱਲ ਕਰ ਰਿਹਾ? ਸੈਮੀ ਇਨਫਾਈਨਾਈਟ ਸੋਲਿਡ ਦੀ ਕਰ ਰਿਹਾ। ਸੈਮੀ ਮਤਲਬ ਅੱਧਾ ਹੋ ਗਿਆ, ਇਨਫਾਈਨਾਈਟ ਮਤਲਬ ਕਿ ਜਿਹੜਾ ਡਿਸਟੈਂਸ ਇਨਫਿਨਿਟੀ ਹੋਵੇ। ਆਹ ਚੀਜ਼ ਇਹਦੀ ਗੱਲ ਕਰ ਰਿਹਾ। ਇਹ ਕਿਵੇਂ ਕਹਿ ਰਹੇ ਹਾਂ ਆਪਾਂ ਕਿ ਜਿਹੜਾ ਆਹ ਇਹ ਅੱਧਾ ਅਤੇ ਇਹ ਚੱਲੀ ਜਾਊਗਾ ਅੱਗੇ ਉੱਪਰ ਤੱਕ, ਮਤਲਬ ਆਹ ਵਾਲਾ ਪਾਰਟ ਆਪਾਂ ਛੱਡਤਾ, ਇਹਦਾ ਇਨਫਾਈਨਾਈਟ ਆ ਇਹ ਅਤੇ ਸੈਮੀ ਆ ਅੱਧਾ। ਹੁਣ ਇਹਦੇ ਵਿੱਚ ਇੱਕ ਹੋਰ ਨਵੀਂ ਗੱਲ ਕੀ ਹੈਗੀ ਆ, ਜਿਹੜੀ ਪਹਿਲਾਂ ਆਪਾਂ ਹੀਟ ਵਾਲੇ ਕੁਐਸਚਨ ਕੀਤੇ ਸੀ, ਸ਼ਾਇਦ ਧਿਆਨ ਦੇ ਵਿੱਚ ਹੋਵੇ, ਉਹਦੇ ਵਿੱਚ ਆਪਾਂ ਮੋਸ਼ਨ ਅਲੋਂਗ ਐਕਸ ਐਕਸਿਸ ਕੀਤਾ ਸੀ ਬਸ ਇਕੱਲਾ। ਹੀਟ ਸਿਰਫ ਇੱਦਾਂ ਫਲੋ ਕਰਾਈ ਸੀ ਅਲੋਂਗ ਐਕਸ ਐਕਸਿਸ। ਤਾਂ ਹੀ ਜਿਹੜਾ V ਸੀ ਹੀਟ, ਉਹ ਇੱਕ ਤਾਂ ਐਕਸ ਉੱਪਰ ਡਿਪੈਂਡ ਕਰਵਾਈ ਸੀ, ਇੱਕ T ਉੱਪਰ ਡਿਪੈਂਡ ਕਰਵਾਈ ਸੀ। T ਦਾ ਟਾਈਮ ਸਿਰਫ ਐਕਸ ਉੱਪਰ ਡਿਪੈਂਡ, ਮਤਲਬ ਜਿਹੜਾ ਫਲੋ ਹੈਗਾ ਉਹ ਸੀਗਾ ਆਪਣੇ ਕੋਲ ਲੀਨੀਅਰ ਫਲੋ ਸੀਗਾ,
ਹੁਣ ਇਹਦੇ ਵਿੱਚ ਜਿਹੜੀ ਟੈਂਪਰੇਚਰ ਹੈਗਾ ਉਹ ਇੱਦਾਂ ਇਹਦੇ ਵਿੱਚ ਫਲੋ ਕਰ ਰਿਹਾ, ਮਤਲਬ ਇੱਦਾਂ ਵੀ ਜਾ ਸਕਦਾ, ਇੱਦਾਂ ਵੀ ਜਾ ਸਕਦਾ, ਇੱਦਾਂ ਵੀ ਜਾ ਸਕਦਾ, ਜਿਸ ਤਰ੍ਹਾਂ ਮਰਜ਼ੀ ਜਾ ਸਕਦਾ। ਮਤਲਬ ਕਿ ਇੱਦਾਂ ਕਹਿ ਸਕਦੇ ਆਪਾਂ ਟੈਂਪਰੇਚਰ ਜਿਹੜਾ ਹੈਗਾ ਆਪਣੇ ਕੋਲ, ਇਹ ਹੀਟ ਦਾ ਮੋਸ਼ਨ ਜਿਹੜਾ ਹੈਗਾ ਟੂ ਡਾਇਮੈਂਸ਼ਨ ਦੇ ਵਿੱਚ, ਟੂ ਡਾਇਮੈਂਸ਼ਨ ਕਿਤੇ ਵੀ ਜਾ ਸਕਦਾ। ਮੈਂ ਦੁਬਾਰਾ ਰਿਪੀਟ ਕਰਵਾ ਰਿਹਾ ਹਾਂ, ਜਿਹੜਾ ਵੀ ਸੀ ਆਪਣੇ ਕੋਲ ਹੀਟ ਇਕੁਏਸ਼ਨ ਦੇ ਵਿੱਚ, ਉਹ ਐਕਸ ਅਤੇ ਟੀ ਉੱਪਰ ਡਿਪੈਂਡ ਕਰਦਾ ਸੀ, ਉਹਦੇ 'ਚ ਮੋਸ਼ਨ ਲੀਨੀਅਰ ਸੀਗਾ, ਇਹਦੇ 'ਚ ਟੂ ਡਾਇਮੈਂਸ਼ਨ ਵਿੱਚ ਹੋਏਗਾ ਹੀਟ ਦਾ ਮੋਸ਼ਨ। ਇੱਥੋਂ ਵੀ ਆਪਾਂ ਆਈਡੀਆ ਲਾਉਣਾ ਟੂ ਡਾਇਮੈਂਸ਼ਨ ਵਾਸਤੇ ਲੈਪਲੇਸ ਇਕੁਏਸ਼ਨ ਆ ਇਕੱਲੀ। ਚਲੋ ਅੱਗੇ ਦਿੱਤਾ ਹੈ ਆਪਾਂ ਨੂੰ ਇਹ ਕੋਸਾਈਨ ਟਰਾਂਸਫਾਰਮ ਨਾਲ ਸੋਲਵ ਕਰਨਾ, ਚ ਕਰ ਲਵਾਂਗੇ ਸੋਲਵ। ਟੈਂਪਰੇਚਰ ਔਨ ਦਾ ਸਰਫੇਸ y = 0, ਜਿਹੜਾ y = 0 ਹੈਗਾ, ਜੇ ਤਾਂ ਆਪਾਂ ਸਟ੍ਰਿਪ ਹੋ ਗਿਆ, ਪਾਰਟ ਹਿੱਸਾ ਹੋ ਗਿਆ, ਆਹ ਸਟ੍ਰਿਪ ਹੋ ਗਈ। ਜੇ ਤਾਂ ਸਟ੍ਰਿਪ ਦੇ ਵਿੱਚ ਲਵਾਂਗੇ ਤਾਂ ਉਰੇ ਟੈਂਪਰੇਚਰ ਜਿਹੜਾ ਹੈਗਾ ਆਪਣੇ ਕੋਲ 1 ਹੋਊਗਾ, ਸਟ੍ਰਿਪ ਤੋਂ ਬਾਹਰ ਇੱਧਰਲੇ ਪਾਸੇ ਇੱਧਰਲੇ ਪਾਸੇ ਟੈਂਪਰੇਚਰ 0 ਹੋਣਗੇ, ਦਿੱਤਾ ਹੋਇਆ ਉਹਨਾਂ ਨੇ। ਚਲੋ ਦੇਖਦੇ ਹਾਂ ਆਪਾਂ ਅੱਗੇ। ਇਹ ਲੈਪਲੇਸ ਇਕੁਏਸ਼ਨ ਆ ਗਈ ਆਪਣੇ ਕੋਲ। ਹੁਣ ਇਹ ਕੰਡੀਸ਼ਨ ਦੇਖਦੇ ਹਾਂ ਆਪਾਂ ਵੀ ਟੈਂਪਰੇਚਰ ਰਿਪਰੈਜ਼ੈਂਟ ਕਰ ਰਿਹਾ ਐਟ y = 0, ਇਹ y = 0 ਸਰਫੇਸ 'ਤੇ ਆ। ਇਹ ਹੁਣ ਦੇਖ ਸਕਦੇ ਹਾਂ ਆਪਾਂ ਕਿ ਉਹ ਲਿਖਿਆ ਸੀ ਪਹਿਲਾਂ ਆਪਾਂ ਨੇ ਕਿ ਸਟ੍ਰਿਪ ਦੇ ਵਿੱਚ ਇੱਥੇ ਟੈਂਪਰੇਚਰ ਜਿਹੜਾ ਹੈਗਾ ਉਹ 1 ਆ, ਮਤਲਬ ਕਿ -α ਤੋਂ α ਵਾਸਤੇ 1 ਆ ਟੈਂਪਰੇਚਰ, ਅਤੇ ਇੱਧਰ ਵੀ 0 ਆ, ਮਤਲਬ ਕਿ -α ਤੋਂ ਲੈਸ ਹੋ ਗਿਆ, -α ਤੋਂ ਲੈਸ, ਅਤੇ ਇੱਧਰਲੇ ਪਾਸੇ ਵੀ ਅਲਫਾ ਤੋਂ ਗ੍ਰੇਟਰ ਵਾਸਤੇ ਵੀ ਇਹ 0 ਆ ਦੋਨੇ ਪਾਸੇ। ਇਹ ਗਿਵਨ ਆ ਆਪਾਂ ਨੂੰ। ਹੁਣ ਇਹ ਮੰਨ ਕੇ ਚੱਲ ਰਹੇ ਜਿਵੇਂ ਪਹਿਲਾਂ ਕਰਦੇ ਸੀ, ਕੰਡੀਸ਼ਨ ਬਣਾਉਣ ਵਾਸਤੇ vxy ਬਾਉਂਡਡ ਲੈ ਲਿਆ ਆਪਾਂ ਨੇ ਐਜ਼ x ਟੈਂਸ ਟੂ ਇਨਫਿਨਿਟੀ, y ਟੈਂਸ ਟੂ ਇਨਫਿਨਿਟੀ, ਇਹ ਯੂਜ਼ ਕਰਾਂਗੇ ਕੰਡੀਸ਼ਨ ਆਪਾਂ। ਫਿਰ ਹੁਣ ਬਾਕੀ ਤਕਰੀਬਨ ਕੁਐਸਚਨ ਪਿੱਛੇ ਨਾਲ ਦਾ ਹੈਗਾ। ਇਹਦਾ ਆਪਾਂ ਨੇ ਫੋਰੀਅਰ ਟਰਾਂਸਫਾਰਮ ਕੋਸਾਈਨ ਟਰਾਂਸਫਾਰਮ ਲਈ ਵਿਦ ਰਿਸਪੈਕਟ ਟੂ x ਲਈ ਆ, ਆਪਾਂ ਨੇ x ਵੇਰੀ ਕਰਵਾਇਆ ਹੈਗਾ, ਮਤਲਬ dx ਲਿਆ ਆਪਾਂ ਨੇ। ਹੁਣ ਇਹ ਇਹਦੇ ਉੱਪਰ ਫਾਰਮੂਲਾ ਅਪਲਾਈ ਹੋਏਗਾ ਜਿਵੇਂ ਪਿੱਛੇ ਕਰਦੇ ਆ ਰਹੇ ਹਾਂ। ਹੁਣ x ਵਾਸਤੇ y ਕਾਂਸਟੈਂਟ ਆ, ਤਾਂ ਇਹ ਚੀਜ਼ ਪਾਰਸ਼ਲ ਡੈਰੀਵੇਟਿਵ ਬਾਹਰ ਆ ਕੇ ਟੋਟਲ ਡੈਰੀਵੇਟਿਵ ਬਣ ਜਾਏਗੀ। ਚਲੋ ਇਹ ਇੰਟੀਗ੍ਰੇਸ਼ਨ ਬਾਏ ਪਾਰਟਸ ਕੀਤੀ ਆ, ਸਿੱਧੀ ਕੀਤੀ ਆ, ਉਹ ਦੁਬਾਰਾ ਦੇ ਲਓ ਸਿੱਧੀ ਇੰਟੀਗ੍ਰੇਸ਼ਨ ਬਾਏ ਪਾਰਟਸ ਇਹ 'ਚ ਕਿਵੇਂ ਕਰ ਸਕਦੇ ਹਾਂ ਆਪਾਂ। ਚਲੋ ਇਹਨੂੰ ਫਸਟ ਫੰਕਸ਼ਨ ਮੰਨ ਲਿਆ ਬਿਕੋਜ਼ ਇਹਨੂੰ ਸੈਕਿੰਡ ਫੰਕਸ਼ਨ ਮੰਨ ਲਿਆ ਆਪਾਂ ਨੇ, ਇਹ ਗਲਤ ਹੋ ਗਿਆ, ਨੋਟਸ 'ਚ ਠੀਕ ਕਰ ਲਿਓ। ਇਹ ਫਸਟ ਫੰਕਸ਼ਨ ਆ, ਅਤੇ ਪਹਿਲਾਂ ਫਸਟ ਫੰਕਸ਼ਨ ਐਜ਼ ਇਟ ਇਜ਼ ਹੋ ਗਿਆ, ਇੰਟੀਗ੍ਰੇਸ਼ਨ ਸੈਕਿੰਡ ਕਰਨੀ ਹੁੰਦੀ ਹੈ, ਫਿਰ ਮਾਈਨਸ ਡੈਰੀਵੇਟਿਵ ਫਸਟ, ਫਿਰ ਇੰਟੀਗ੍ਰੇਸ਼ਨ ਸੈਕਿੰਡ, ਅੱਗੇ ਫਿਰ ਡੈਰੀਵੇਟਿਵ ਫਸਟ। ਅੱਗੇ ਇੰਟੀਗ੍ਰੇਸ਼ਨ ਕੀਤੀ ਨਹੀਂ ਹੈਗੀ, ਉੱਦਾਂ ਹੀ ਆ ਗਿਆ, ਬਿਕੋਜ਼ ਅੱਗੇ ਇੰਟੀਗ੍ਰੇਸ਼ਨ ਇੱਦਾਂ ਹੀ ਆ ਜਾਏਗੀ, ਇੰਟੀਗ੍ਰੇਸ਼ਨ ਕਰਨੀ ਨਹੀਂ ਹੈਗੀ ਆਪਾਂ ਨੇ, ਇਹਦੀ ਇੰਟੀਗ੍ਰੇਸ਼ਨ ਹੁੰਦੀ ਨਹੀਂ, ਫਿਰ ਇੰਟੀਗ੍ਰੇਸ਼ਨ ਇੱਦਾਂ ਹੀ ਆ ਜਾਏਗੀ ਬਾਹਰ। ਨਹੀਂ ਤਾਂ ਤੁਸੀਂ ਇਹਦਾ ਵੀ ਜਿਵੇਂ ਪਹਿਲਾਂ ਕਰਦੇ ਆ ਰਹੇ ਹੋ 2 ਵਾਰੀ ਇੰਟੀਗ੍ਰੇਸ਼ਨ ਬਾਏ ਪਾਰਟਸ ਵੀ ਕਰ ਸਕਦੇ ਹੈਗੇ ਹੋ। ਹੁਣ ਥੋੜ੍ਹਾ ਜਿਹਾ ਉਰੇ ਇੱਕ ਕੰਡੀਸ਼ਨ ਮਿਸ ਹੈ ਇਹਦੇ ਵਿੱਚੋਂ, ਜੋ ਆਪਾਂ ਇਨਫਿਨਿਟੀ ਭਰਿਆ ਪਹਿਲਾਂ ਮੰਨਦੇ ਹੁੰਦੇ ਸੀ ਆਪਾਂ, ਇਹ 0 ਹੁੰਦਾ ਹੈਗਾ, ਆਹ 0 ਸਾਰਾ 0 ਕਰਤਾ। ਹੁਣ ਇਹ 0 ਭਰਾਂਗੇ ਆਪਾਂ ਇਹਦੇ ਵਿੱਚ, cos 0 ਤਾਂ 1 ਹੋ ਗਿਆ, ਇਹਦੀ ਵੈਲਿਊ 0 ਚਾਹੀਦੀ ਹੈ, ਇਹ ਹੈ ਨਹੀਂ ਸਟੇਟਮੈਂਟ ਚਾਹੀਦੀ ਹੈ, ਮੈਂ ਸਟੇਟਮੈਂਟ ਥੋੜ੍ਹੀ ਗਲਤੀ ਹੈ। ਇਹ ਕਰਲੀ v/x ਦੀ ਵੈਲਿਊ ਵੀ 0 ਚਾਹੀਦੀ ਆਪਾਂ ਨੂੰ, ਅਦਰਵਾਈਜ਼ ਸੋਲਵ ਨਹੀਂ ਹੋਣਾ ਇਹ। ਅਤੇ ਇਨਫਿਨਿਟੀ ਭਰਿਆ ਆਪਾਂ ਨੇ, ਇਹ ਵੀ 0 ਹੋ ਗਿਆ, ਅਤੇ 0 ਭਰਿਆ ਸਾਈਨ 0 ਕਰ ਦੇਗਾ ਸਾਰਾ। ਇਹ s² ਬਾਹਰ ਆ ਗਿਆ ਨੈਗੇਟਿਵ ਦਾ, ਇਹ ਜਿਹੜੀ ਬਾਕੀ ਬਚ ਗਈ ਆਪਣੇ ਕੋਲ ਕੋਸਾਈਨ ਫਾਈਨਾਈਟ ਕੋਸਾਈਨ ਟਰਾਂਸਫੋਰਮੇਸ਼ਨ ਆ ਗਈ ਆਪਣੇ ਕੋਲ ਜੀ, ਫੋਰੀਅਰ ਟਰਾਂਸਫਾਰਮ ਆ ਗਈ। ਇਹ ਡੈਰੀਵੇਟਿਵ ਹੋ ਗਿਆ, ਇਹ ਵੀ ਫੋਰੀਅਰ ਕੋਸਾਈਨ ਟਰਾਂਸਫਾਰਮ ਆ ਗਈ v ਦੀ, vc ਬਾਰ ਪਾਇਆ। ਇਹ ਪਹਿਲਾਂ ਵਾਂਗੂ ਹੀ ਡਿਫਰੈਂਸ਼ੀਅਲ ਇਕੁਏਸ਼ਨ ਬਣ ਗਈ ਆਪਣੇ ਕੋਲ। ਇਹ ਡਿਫਰੈਂਸ਼ੀਅਲ ਇਕੁਏਸ਼ਨ ਦੀ ਐਗਜ਼ੈਕਟ ਇਕੁਏਸ਼ਨ ਬਣਾ ਲਈ ਆਪਾਂ ਨੇ, d ਕੱਢ ਲਿਆ, ਆਹ ਰੂਟਸ ਆ ਗਏ। ਹੁਣ ਇਹ ਵੀ ਗੱਲ ਧਿਆਨ ਰੱਖਣੀ ਆ, d ਜਿਹੜਾ ਹੈਗਾ ਉਹ ਆਪਾਂ dy ਲਿਆ, y ਦੇ ਵਿਦ ਰਿਸਪੈਕਟ ਟੂ ਉਹਦੇ y ਲੈਣਾ, ਜਿਵੇਂ ਪਹਿਲਾਂ ਕਰਦੇ ਆ ਰਹੇ ਆਪਾਂ। ਇਸ ਤੋਂ ਬਾਅਦ ਫਿਰ ਹੁਣ ਇਹਦਾ yp ਕੱਢਾਂਗੇ, yp ਚੈੱਕ ਕਰ ਸਕਦੇ ਹਾਂ ਆਪਾਂ ਕਿ yp 0 ਆਊਗਾ, ਐਂ ਫਿਰ ਓਵਰਆਲ ਜਿਹੜਾ ਹੈਗਾ ਆਪਣੇ ਕੋਲ ਸੋਲਿਊਸ਼ਨ ਬਣ ਗਿਆ। ਹੁਣ ਇਹ ਕੰਡੀਸ਼ਨ ਯੂਜ਼ ਕਰਨੀ ਆ ਆਪਾਂ ਨੇ। ਇਸ ਤੋਂ ਬਾਅਦ vx0 ਜਿਹੜਾ ਦਿੱਤਾ ਹੈ ਆਪਾਂ ਨੂੰ, ਆ ਦਿੱਤਾ ਹੋਇਆ ਹੈਗਾ, ਅਤੇ vxy ਬਾਉਂਡਡ ਲਿਆ ਆਪਾਂ ਨੇ। ਕੰਡੀਸ਼ਨ 2 ਚਾਹੀਦੀਆਂ ਆਪਾਂ ਨੂੰ, ਬਾਉਂਡਡ ਆਪਾਂ ਤਾਂ ਸਪੋਜ਼ ਕਰੀ ਆ, ਕਾਂਸਟੈਂਟ 2 ਫਾਈਂਡ ਕਰਨੇ ਤਾਂ ਇਹਦੀ ਲੋੜ ਸੀ ਆਪਾਂ ਨੂੰ। ਉਸ ਤੋਂ ਬਾਅਦ ਚਲੋ ਪਹਿਲਾਂ ਇਹਦੀ ਕੰਡੀਸ਼ਨ ਬਣਾਈ ਆਪਾਂ ਨੇ, ਇਹਦੀ ਫੋਰੀਅਰ ਕੋਸਾਈਨ ਟਰਾਂਸਫਾਰਮ ਲਈ ਦੋਨੇ ਪਾਸੇ। ਹੁਣ ਇਹ ਇੰਟੀਗ੍ਰੇਸ਼ਨ ਫੋਰੀਅਰ ਦੇ ਵਿੱਚ 0 to ਇਨਫਿਨਿਟੀ ਹੁੰਦੀ ਹੈ,
ਹੁਣ 0 to alpha ਵਾਸਤੇ 0 to alpha ਵਾਸਤੇ ਵਿੱਚੋਂ ਨਿਕਲ ਜਾਏਗੀ। 0 to alpha ਵਾਸਤੇ ਵੈਲਿਊ ਹੈਗੀ ਆ 1 ਅਤੇ ਬਾਕੀ ਵਾਸਤੇ 0 ਆ ਰਹੀ ਹੈ, ਤਾਂ ਇੰਟੀਗ੍ਰੇਸ਼ਨ 0 to alpha ਰਹੇਗੀ ਕਦੀ, ਜੇ ਧਿਆਨ ਨਾਲ ਦੇਖ ਲਿਓ। ਇਹਦੀ ਇੰਟੀਗ੍ਰੇਸ਼ਨ ਕਦੀ ਕਾਜ਼ ਦੀ ਸਾਈਨ ਆ ਗਈ, ਲਿਮਿਟ ਆਪਾਂ ਅਲਫਾ ਭਰੀ ਤਾਂ ਅਲਫਾ ਰਹੇਗਾ, 0 ਭਰਿਆ ਉਹ 0 ਹੋ ਜਾਏਗਾ, ਤਾਂ ਆਹ ਆਨਸਰ ਆ ਗਿਆ ਇਹਦਾ। ਐਵੇਂ ਇਹਦਾ ਆਪਾਂ ਨੇ ਦੋਨੇ ਪਾਸੇ ਫੋਰੀਅਰ ਕੋਸਾਈਨ ਟਰਾਂਸਫਾਰਮ ਲਿਆ, ਇਹ ਬਣ ਗਿਆ ਆਪਣੇ ਕੋਲ। ਹੁਣ ਇਹਦੇ ਵਿੱਚ ਆਪਾਂ ਬਾਉਂਡਡ ਐਜ਼ ਕਲਾ ਵਾਈ ਟਾਈਮਸ ਟੂ ਇਨਫਿਨਿਟੀ ਪਾਇਆ, ਉਹ ਦੇਖ ਸਾਰਿਆਂ 'ਚ ਐਕਸ ਤਾਂ ਹੈ ਨਹੀਂ, ਲੋੜ ਨਹੀਂ ਹੈਗੀ ਐਕਸ ਪਾਉਣ ਦੀ। ਹੁਣ ਇਹ ਬਾਉਂਡਡ ਹੈਗਾ ਐਜ਼ ਵਾਈ ਟਾਈਮਸ ਟੂ ਇਨਫਿਨਿਟੀ, ਮਤਲਬ ਇਨਫਿਨਿਟੀ ਨਹੀਂ ਬਣੇਗਾ, ਪਹਿਲਾਂ ਵਾਂਗੂ ਆ। ਜੇ C1 ਆਪਾਂ ਨੋਨ ਜ਼ੀਰੋ ਮੰਨ ਲਈਏ, C1 ਨੋਨ ਜ਼ੀਰੋ ਮੰਨ ਲਈਏ, ਇਹ ਇਨਫਿਨਿਟੀ ਆ ਤਾਂ ਸਾਰਾ ਇਨਫਿਨਿਟੀ ਬਣਾ ਦੇਗਾ, ਇਨਫਿਨਿਟੀ ਬਣ ਜਾਏਗਾ ਸਾਰਾ, ਪਰ ਇਹ ਪੋਸੀਬਲ ਨਹੀਂ ਹੈਗਾ, ਇਸ ਕਰਕੇ C1 0 ਹੋਊਗਾ ਅਤੇ ਇਹ C2 ਆ ਜਾਏਗਾ। ਇਹਦੇ ਵਿੱਚ ਆਪਾਂ ਨੇ ਫਿਰ y ਨੂੰ 0 ਪੁੱਟ ਕਰਤਾ, ਇਹਦੇ ਵਿੱਚ y ਨੂੰ 0 ਪੁੱਟ ਕਰਕੇ ਇਹਦੀ ਪਾਵਰ 0 1 ਹੋ ਗਿਆ। ਇਹਦੀ ਵੈਲਿਊ ਆਪਾਂ ਕੱਢੀ ਹੋਈ ਆ ਉੱਪਰ, ਆਹ ਵੈਲਿਊ ਆ, ਇਹ ਵੈਲਿਊ ਭਰਤੀ ਆਪਾਂ ਨੇ। ਇਹ ਓਵਰਆਲ ਜਿਹੜਾ ਹੈਗਾ ਕੰਪਲੀਟ ਸੋਲੂਸ਼ਨ ਬਣ ਗਿਆ ਆਪਣੇ ਕੋਲ ਕੋਸਾਈਨ ਦਾ। ਇਹਦੀ ਫਿਰ ਇਨਵਰਸ ਕੋਸਾਈਨ ਟਰਾਂਸਫਾਰਮ ਲਈ ਆਪਾਂ ਨੇ, ਫੋਰੀਅਰ ਟਰਾਂਸਫਾਰਮ ਲੈ ਕੇ ਇਹਦੇ ਵਿੱਚ ਆਹ ਫੰਕਸ਼ਨ ਆ ਗਿਆ, 2.π ਤਾਂ ਆਉਂਦਾ ਹੀ ਹੁੰਦਾ, ਫੰਕਸ਼ਨ ਆ ਗਿਆ, ਨਾਲ cos sx ds ਆਊਗਾ, ਅਤੇ ਇਹਦੇ ਵਿੱਚ ਆਪਾਂ ਨੇ ਜਿਹੜਾ 2 ਹੈਗਾ ਅੰਦਰ ਮਲਟੀਪਲਾਈ ਕਰ ਲਿਆ, ਫਿਰ 2 sin a cos b ਲਾਇਆ, sin a plus b plus sin a minus b। ਇਸ ਤੋਂ ਬਾਅਦ ਇਹ ਇੰਟੀਗ੍ਰੇਸ਼ਨ ਜਿਹੜੀ ਆਪਾਂ ਅਲੱਗ ਅਲੱਗ ਕਰ ਲਈ, ਵੈਸੇ ਸਟੇਟਮੈਂਟ 'ਚ ਗਿਵਨ ਵੀ ਹੈ ਵੈਲਿਊ, ਪਰ ਇਹ ਆਪਣੇ ਕੋਲ ਜਿਹੜਾ ਫਸਟ ਚੈਪਟਰ ਸੀਗਾ, ਫਸਟ ਚੈਪਟਰ 'ਚ ਸਟਾਰਟਿੰਗ 'ਚ 13-14 ਫਾਰਮੂਲੇ ਸੀਗੇ, ਉਹਨਾਂ ਵਿੱਚ ਇੱਕ ਫਾਰਮੂਲਾ ਲਿਖਿਆ ਵੀ ਹੋਇਆ, ਫਾਰਮੂਲਾ ਇਹ ਵਾਲਾ ਫਾਰਮੂਲਾ ਬਣਦਾ ਹੈਗਾ, ਜਿਹੜਾ ਟੈਨ ਇਨਵਰਸ ਬੀਟਾ ਅਪੋਨ ਅਲਫਾ ਹੁੰਦਾ, ਇਹ ਬੀਟਾ ਹੋ ਗਿਆ, ਇਹ ਵਾਈ ਅਲਫਾ ਹੋ ਗਿਆ, ਇੱਥੋਂ ਅਲਫਾ ਨਿਕਲ ਜਾਏਗਾ। ਇਹ 1.π ਤਾਂ ਇੱਦਾਂ ਹੀ ਆ ਗਿਆ, ਟੈਨ ਇਨਵਰਸ ਬੀਟਾ ਅਪੋਨ ਅਲਫਾ, ਇਹ ਵੀ ਸੇਮ ਚੀਜ਼ ਹੈ, ਇਹ ਬੀਟਾ ਅਪੋਨ ਅਲਫਾ ਆ ਗਿਆ। ਇਹ ਆਪਣਾ ਪਿਛਲਾ ਕੁਐਸਚਨ ਸੀਗਾ। ਅਤੇ ਹੁਣ ਅੱਗੇ ਨੈਕਸਟ ਟੋਪਿਕ ਸ਼ੁਰੂ ਕਰਨਾ ਹੈਗਾ, ਜਿਹੜਾ ਆਪਾਂ ਪਿੱਛੇ ਕੁਐਸਚਨ ਕਰਦੇ ਆ ਰਹੇ ਹੈਗੇ ਹਾਂ, ਉਹਦੇ ਵਿੱਚ ਇਕੱਲੀ ਫੋਰੀਅਰ ਸਾਈਨ ਕੋਸਾਈਨ ਟਰਾਂਸਫਾਰਮ ਸਿੰਪਲ ਫੋਰੀਅਰ ਟਰਾਂਸਫਾਰਮ ਸੀ। ਹੁਣ ਇਹ 'ਚ ਫਾਈਨਾਈਟ ਲੈਣੀ ਆ ਆਪਾਂ, ਫਾਈਨਾਈਟ ਨਾਲ ਕਿਵੇਂ ਸੋਲਵ ਕਰਨਾ, ਸਾਰਾ ਕੁਐਸਚਨ ਉਵੇਂ ਹੀ ਆ, ਜੋ ਸੋਲਵ ਕਿਵੇਂ ਕਰਨਾ ਕੁਐਸਚਨ ਕਰਦੇ ਹੈਗੇ। ਪਿਛਲੇ ਥੋੜ੍ਹੇ ਫਾਰਮੂਲੇ ਜਿਹੜੇ ਆਪਾਂ ਨੇ ਕੀਤੇ ਹੈਗੇ ਨੇ ਉਹ ਰਿਵਾਈਜ਼ ਕਰਵਾ ਰਿਹਾ ਹੈਗਾ, ਦੱਸ ਰਿਹਾ ਹੈਗਾ, ਫਾਰਮੂਲੇ ਯਾਦ ਰੱਖਣੇ ਨੇ। ਜਿਹੜਾ ਫਾਈਨਾਈਟ ਫੋਰੀਅਰ ਸਾਈਨ ਟਰਾਂਸਫਾਰਮ ਸੀਗੀ ਆਪਣੇ ਕੋਲ, ਇਹਦਾ ਫਾਰਮੂਲਾ ਇਹ ਸੀਗਾ, ਅਤੇ ਇਹਦਾ ਇਨਵਰਸ ਲਵਾਂਗੇ ਤਾਂ ਧਿਆਨ ਦੇ ਵਿੱਚ ਹੋਵੇ 2 upon l ਆਉਂਦਾ ਸੀ, ਸਮੇਸ਼ਨ ਆਉਂਦਾ ਸੀ, ਸਮੇਸ਼ਨ, ਫਿਰ ਆਹ ਫੰਕਸ਼ਨ ਇੱਦਾਂ ਹੀ ਆਊਗਾ, ਅਤੇ ਸਾਈਨ s ਪਾਈ x upon l ਆ ਜਾਏਗਾ। ਫਿਰ ਫੋਰੀਅਰ ਕੋਸਾਈਨ ਟਰਾਂਸਫਾਰਮ ਹੋ ਗਿਆ ਇਹਦੇ ਵਿੱਚ, ਅਤੇ ਇੰਟਰਵਲ 0 to l ਸੀਗਾ ਤਾਂ ਉਹ l ਲੈਣਾ ਆਪਾਂ ਨੇ। ਅਤੇ ਥੋੜ੍ਹੀ ਜਿਹੀ ਇਹ 'ਚ ਫਾਰਮੂਲਾ ਲਿਖਣ ਦੀ ਗਲਤੀ ਹੋ ਗਈ, ਇੱਥੇ cos ਆਊਗਾ, ਉਹ ਤੁਸੀਂ ਠੀਕ ਕਰ ਲਿਓ। ਇੱਥੇ cos x ਆਊਗਾ, cos x upon l, cos sx upon l ਆ ਜਾਏਗਾ। ਅਤੇ ਜਿਹੜਾ ਇਨਵਰਸ ਸੀਗਾ ਫਾਈਨਾਈਟ ਫੋਰੀਅਰ ਕੋਸਾਈਨ ਟਰਾਂਸਫਾਰਮ ਦਾ, ਇੱਥੇ 1 upon l ਸੀ f0, ਇੱਥੇ 2 upon l ਸੀ। ਇਹ ਫਾਰਮੂਲੇ ਨੇ ਪਿਛਲੇ ਜਿਹੜੇ ਪੜ੍ਹੇ ਹੋਏ ਨੇ। ਅਤੇ ਹੁਣ ਇਹਦੇ ਵਿੱਚ ਡਿਫਰੈਂਸ਼ੀਅਲ ਇਕੁਏਸ਼ਨ ਫਾਰਮੂਲੇ ਆਹ ਨੇ, ਜਿਹੜੇ ਤੁਹਾਨੂੰ ਪਹਿਲਾਂ ਲਾਸਟ ਟੋਪਿਕ ਸ਼ੁਰੂ ਕਰਨ ਤੋਂ ਪਹਿਲਾਂ ਕਿਹਾ ਸੀਗਾ। ਇਹ ਹੁਣ ਫਾਰਮੂਲਾ ਦੇਖੋ ਕਿੱਡਾ ਔਖਾ ਲੱਗ ਰਿਹਾ ਫਾਰਮੂਲਾ ਇਹ, ਤਾਂ ਹੀ ਇਹ ਫਾਰਮੂਲਾ ਲੋੜ ਨਹੀਂ ਯਾਦ ਕਰਨ ਦੀ, ਕੋਈ ਫਾਰਮੂਲਾ ਲੋੜ ਨਹੀਂ ਯਾਦ ਰੱਖਣ ਦੀ। ਜਿਵੇਂ ਆਪਾਂ ਨੇ ਇਹਦੇ ਕੁਐਸਚਨ ਕੀਤੇ ਹੈਗੇ ਨੇ ਫੋਰੀਅਰ ਸਾਈਨ ਅਤੇ ਕੋਸਾਈਨ ਦੇ, ਫਾਈਨਾਈਟ ਦੀ ਵੀ ਉਵੇਂ ਕਰਨੀ, ਮਤਲਬ ਇੰਟੀਗ੍ਰੇਸ਼ਨ ਕਰਾਂਗੇ ਆਪੀ ਇਹ ਚੀਜ਼ ਬਣ ਜਾਏਗੀ, ਇਹ ਲੋੜ ਨਹੀਂ ਹੈਗੀ। ਵੈਸੇ ਮੈਂ ਲਿਖਵਾਏ ਨੇ ਫਾਰਮੂਲੇ, ਲੋੜ ਹੈ ਨਹੀਂ ਇਹਦੀ। ਇੱਕ ਹੋਰ ਗੱਲ ਇਹਦੇ ਵਿੱਚ, ਫਾਈਨਾਈਟ ਕਦੀ ਫੋਰੀਅਰ ਸਾਈਨ ਕੋਸਾਈਨ ਹੁੰਦੀ ਆ, ਫਾਈਨਾਈਟ ਫੋਰੀਅਰ ਨਹੀਂ ਹੁੰਦੀ ਹੈਗੀ, ਇਸ ਕਰਕੇ ਸਿਰਫ ਫਾਈਨਾਈਟ ਦੇ ਵਿੱਚ ਸਾਈਨ ਅਤੇ ਕੋਸਾਈਨ ਨਾਲ ਹੀ ਇਹ ਕੁਐਸਚਨ ਸੋਲਵ ਹੋਣਗੇ। ਜਿਵੇਂ ਪਹਿਲਾਂ ਕੁਐਸਚਨ ਕੀਤੇ ਸੀ ਆਪਾਂ ਨੇ, ਉਹਦੇ ਵਿੱਚ ਸਾਈਨ ਵੀ ਆਇਆ ਸੀ, ਕੋਸਾਈਨ ਵੀ ਆਇਆ ਸੀ, ਅਤੇ ਸਿੰਪਲ ਫੋਰੀਅਰ ਵੀ ਆਈ ਸੀ, ਪਰ ਫਾਈਨਾਈਟ 'ਚ ਸਿੰਪਲ ਫੋਰੀਅਰ ਨਹੀਂ ਹੁੰਦੀ, ਇਸ ਕਰਕੇ ਇਹਦੇ ਵਿੱਚ ਸਾਈਨ ਅਤੇ ਕੋਸਾਈਨ ਹੀ ਦੋ ਯੂਜ਼ ਹੋਣਗੇ। ਜੋ ਕੁਐਸਚਨ ਦੇਖੋ, ਕੁਐਸਚਨ ਬਾਕੀ ਸੌਖੇ ਹੀ ਨੇ। ਹੁਣ ਇੱਕ 2-3 ਕੁਐਸਚਨ ਕਰਵਾਉਣੇ ਹੈਗੇ ਨੇ, 2 ਕੁਐਸਚਨ ਕਰਵਾਉਣੇ, ਇੱਕ ਸਾਈਨ ਦਾ ਕਰਾਉਣਾ, ਇੱਕ ਕੋਸਾਈਨ ਦਾ ਕਰਾਉਣਾ ਹੈਗਾ। ਚਲੋ ਇਹ ਚੀਜ਼ ਆਪਾਂ, ਇਹ ਡਿਫਰੈਂਸ਼ੀਅਲ ਇਕੁਏਸ਼ਨ ਹੈਗੀ ਆ, ਪਾਰਸ਼ੀਅਲ ਡਿਫਰੈਂਸ਼ੀਅਲ ਇਕੁਏਸ਼ਨ ਸੋਲਵ ਕਰਨੀ, ਕੰਡੀਸ਼ਨਾਂ ਗਿਵਨ ਨੇ ਆਪਾਂ ਨੂੰ। ਇੱਥੋਂ ਹੁਣ ਪਹਿਲਾਂ ਤੁਸੀਂ ਲਾ ਸਕਦੇ ਆਈਡੀਆ, ਜੇ ਕੰਡੀਸ਼ਨ ਆਪਣੇ ਕੋਲ ਪਾਰਸ਼ੀਅਲ ਡੈਰੀਵੇਟਿਵ 'ਚ ਗਿਵਨ ਹੋਵੇ ਆਹ ਵਾਲੀ, ਫਿਰ ਤਾਂ ਕੋਸਾਈਨ ਲਾਉਣੀ ਆ ਆਪਾਂ। ਜੇ ਬਗੈਰ ਪਾਰਸ਼ੀਅਲ ਤੋਂ ਹੈਗੀ ਆ, ਫਿਰ ਇਹਦੇ ਵਿੱਚ ਆਪਾਂ ਸਾਈਨ ਲਾਉਣੀ ਆ। ਇਹ ਥੋੜ੍ਹਾ ਜਿਹਾ ਤੁਸੀਂ ਧਿਆਨ ਰੱਖਣਾ ਹੈਗਾ।
ਇੱਥੇ ਗਲਤ ਲਿਖਿਆ ਗਿਆ, ਇੱਥੇ ਸਾਈਨ ਆਉਣਾ ਸੀ, ਉਹ ਤੁਸੀਂ ਦੇਖ ਲਿਓ। ਫਾਈਨਾਈਟ ਫੋਰੀਅਰ ਸਾਈਨ ਟਰਾਂਸਫਾਰਮ ਲਾਉਣੀ ਹੈਗੀ ਆਪਾਂ ਨੇ। ਜੋ ਕੰਡੀਸ਼ਨਾਂ ਗਿਵਨ ਇਹ ਸੀਗਾ, ਇਹ 'ਚ ਫਾਈਨਾਈਟ ਆਵਰ ਫੋਰੀਅਰ ਸਾਈਨ ਟਰਾਂਸਫਾਰਮ ਲਾਤੀ। ਹੁਣ ਸਾਈਨ ਟਰਾਂਸਫਾਰਮ ਲਾਈ ਆਪਾਂ ਨੇ ਦੋਨੇ ਪਾਸੇ, ਫਾਈਨਾਈਟ ਫੋਰੀਅਰ ਸਾਈਨ ਟਰਾਂਸਫਾਰਮ ਆ ਗਈ। ਇਹ ਹੁੰਦੀ ਹੈ 0 to L। L ਜਿਹੜਾ ਹੋ ਗਿਆ ਆਪਣੇ ਕੋਲ, ਇਹ L ਹੋ ਗਿਆ, ਲੈਂਥ ਵੀ ਕਹਿ ਸਕਦੇ ਹਾਂ ਆਪਾਂ। ਸਾਈਨ S ਪਾਈ X ਅਪੋਨ L ਇਸ ਕੇਸ 'ਚ ਪਾਈ ਆ, ਉਵੇਂ ਆ ਗਿਆ ਇਹਦੇ ਵਿੱਚ। ਇਸ ਤੋਂ ਬਾਅਦ ਆਪਣੇ ਕੋਲ ਇਹ ਜਿਹੜਾ ਹੈਗਾ x ਨਾਲ ਇੰਟੀਗ੍ਰੇਸ਼ਨ ਹੋ ਰਹੀ ਆ, t ਡੈਰੀਵੇਟਿਵ ਹੈ, ਬਾਹਰ ਜਾ ਕੇ ਪਾਰਸ਼ਲ ਡੈਰੀਵੇਟਿਵ ਦਾ ਟੋਟਲ ਡੈਰੀਵੇਟਿਵ ਬਣ ਜਾਏਗਾ। ਇਹ ਨਹੀਂ ਬਾਹਰ ਕੱਢ ਸਕਦੇ, x ਆ, ਫਿਰ ਇਹ 'ਚ ਇੰਟੀਗ੍ਰੇਸ਼ਨ ਬਾਈ ਪਾਰਟਸ ਕਰਾਂਗੇ। ਇੰਟੀਗ੍ਰੇਸ਼ਨ ਬਾਈ ਪਾਰਟਸ ਇਕੱਠੀ ਕੀਤੀ ਹੋਈ ਹੈਗੀ ਆ, ਪਹਿਲਾਂ ਫਸਟ ਐਜ਼ ਇਟ ਇਜ਼ ਇੰਟੀਗ੍ਰੇਸ਼ਨ ਸੈਕਿੰਡ ਕੀਤੀ, ਇੱਕ ਸਿੰਗਲ ਡੈਰੀਵੇਟਿਵ ਰਹਿ ਗਿਆ। ਫਿਰ ਡੈਰੀਵੇਟਿਵ ਫਸਟ ਦਾ ਕੀਤਾ, ਅੱਗੇ ਦੁਬਾਰਾ ਇੰਟੀਗ੍ਰੇਸ਼ਨ ਕੀਤੀ, ਸਿੰਗਲ ਡੈਰੀਵੇਟਿਵ। ਹੁਣ ਦੁਬਾਰਾ ਇੰਟੀਗ੍ਰੇਸ਼ਨ ਨਹੀਂ ਹੋ ਸਕਦੀ, ਇਹ ਐਜ਼ ਇਟ ਇਜ਼ ਰਹੂਗੀ। ਫਸਟ ਦਾ ਡੈਰੀਵੇਟਿਵ ਕਰ ਦੇਣਾ ਹੈਗਾ ਅਤੇ ਇੰਟੀਗ੍ਰੇਸ਼ਨ ਇੱਦਾਂ ਹੀ ਆ ਜਾਊਗੀ ਬਾਹਰ। ਸਾਈਨ ਪਲੱਸ ਮਾਈਨਸ ਪਲੱਸ ਆਉਣਗੇ ਜਿਵੇਂ ਕਰਦੇ ਆ ਰਹੇ। ਇਸ ਤੋਂ ਬਾਅਦ ਇਹ ਆਪਣੇ ਕੋਲ ਫਾਈਨਾਈਟ ਫੋਰੀਅਰ ਸਾਈਨ ਟਰਾਂਸਫਾਰਮ ਬਣ ਗਏ। ਇਹ ਪਾਈ ਭਰਿਆ ਸਾਈਨ S ਪਾਈ, ਇਹ 0 ਹੁੰਦਾ, ਅਤੇ 0 ਭਰਿਆ ਇਹ ਵੀ 0 ਹੋ ਗਿਆ। ਪਾਈ ਭਰਿਆ ਸਾਈਨ S ਪਾਈ ਆ ਗਿਆ, ਇਹ 'ਚ ਪਾਈ x 'ਚ ਭਰਨਾ ਆਪਾਂ ਨੇ ਤਾਂ v ਪਾਈ t ਬਣ ਜਾਏਗਾ। 0 ਭਰਿਆ ਆਪਾਂ ਨੇ cos 0 1 ਹੋ ਗਿਆ, 0 ਇਹ 'ਚ v 'ਚ ਭਰਿਆ ਆਪਾਂ ਨੇ ਤਾਂ x 'ਚ ਭਰਨਾ ਆਪਾਂ ਨੇ 0t ਬਣ ਜਾਏਗਾ। ਇਹ 'ਚੋਂ S ਸਕੇਅਰ ਬਾਹਰ ਆ ਗਿਆ। ਇਹ ਆਪਣੇ ਕੋਲ ਫਾਈਨਾਈਟ ਫੋਰੀਅਰ ਸਾਈਨ ਟਰਾਂਸਫਾਰਮ ਰਹਿ ਗਿਆ। ਇਸ ਤੋਂ ਬਾਅਦ ਇਹ ਟਰਮ ਤਾਂ ਪਹਿਲਾਂ ਪਾ ਲਈ ਆਪਾਂ ਨੇ। ਇਹ cos S ਪਾਈ ਜਿਹੜਾ ਹੁੰਦਾ ਇਸ ਕੇਸ 'ਚ -1 ਦੀ ਪਾਵਰ S ਹੁੰਦਾ ਹੈਗਾ, ਕਿਉਂਕਿ S ਇਸ ਕੇਸ 'ਚ ਨਾ ਨੈਚੁਰਲ ਨੰਬਰ ਆ, ਅਤੇ S ਇੱਦਾਂ ਹੀ ਆ ਗਿਆ ਐਜ਼ ਇਟ ਇਜ਼। ਅਤੇ v ਪਾਈ t ਹਜੇ ਵੈਲਿਊ ਭਰਨੀ ਬਾਅਦ 'ਚ ਭਰਾਂਗੇ, ਅਤੇ ਮਾਈਨਸ ਮਾਈਨਸ ਪਲੱਸ ਆ ਜਾਏਗਾ, ਆ ਜਾਏਗਾ। ਇਹ ਹੁਣ ਦੇਖੋ ਇਹ ਚੀਜ਼ ਬਣਾਈ ਆ ਆਪਾਂ ਨੇ, ਇਹ ਉਹੀ ਚੀਜ਼ ਬਣ ਗਈ ਸਾਰੀ ਜੋ ਫਾਰਮੂਲਾ ਸੀ। ਇੱਕ ਵਾਰ ਮੈਂ ਚੈੱਕ ਵੀ ਕਰਵਾਉਣਾ ਤੁਹਾਨੂੰ ਆਈਡੀਆ ਹੋ ਜਾਊ ਥੋੜ੍ਹਾ ਜਿਹਾ। ਇਹ ਉਹੀ ਚੀਜ਼ ਬਣ ਗਈ ਸਾਰੀ, L ਪਾਈ ਆ ਇਸ ਕੇਸ 'ਚ, ਇਹ ਕੱਢ ਜਾਏਗਾ। ਦੇਖੋ S ਸਕੇਅਰ V S ਬਾਰ, S ਸਕੇਅਰ V S ਬਾਰ ਆ ਜਾਏਗਾ। ਅੱਗੇ ਇਹ L ਪਾਈ ਪਾਈ ਕੱਢ ਜਾਏਗਾ, ਇਹ ਪਹਿਲੀ ਟਰਮ ਬਣੇਗੀ S V0t, ਇਹ ਵੀ S V0t ਆ। ਅੱਗੇ ਮਲਟੀਪਲਾਈ ਕਰਾਂਗੇ ਮਾਈਨਸ ਆਫ, ਇਹ ਟਰਮ ਬਣ ਜਾਏਗੀ। ਇਸ ਕਰਕੇ ਫਾਰਮੂਲਾ ਲੋੜ ਨਹੀਂ ਜਾ ਕਰਨ ਦੀ, ਤੁਸੀਂ ਡਾਇਰੈਕਟ ਹੀ ਬਣਾ ਲਿਓ, ਉਹ ਜ਼ਿਆਦਾ ਠੀਕ ਰਹੂਗਾ। ਇਸ ਤੋਂ ਬਾਅਦ ਆਪਾਂ ਨੇ ਜਿਵੇਂ ਪਹਿਲਾਂ ਕਰਦੇ ਆ ਰਹੇ ਟਰਮ ਇੱਕ ਪਾਸੇ ਇਕੱਠੀਆਂ ਕਰ ਲਈਆਂ, ਡੈਰੀਵੇਟਿਵ ਫਾਰਮ 'ਚ ਕਨਵਰਟ ਕਰ ਲਿਆ, ਇੱਦਾਂ ਆ ਗਿਆ। ਇਹਦੀ ਐਗਜ਼ੈਰੀਫਿਕੇਸ਼ਨ ਬਣਾ ਲਈ, d ਆ ਗਿਆ, d ਮਾਈਨਸ S ਸਕੇਅਰ ਆ ਗਿਆ। ਹੁਣ d ਦੇਖਣਾ ਕੀ ਆ, t ਨਾਲ ਆ ਡੈਰੀਵੇਟਿਵ, ਤਾਂ ਉਰੇ t ਆਊਗਾ ਆਪਣੇ ਕੋਲ। ਇਸ ਤੋਂ ਬਾਅਦ ਜਿਹੜਾ ਕੰਪਲੀਮੈਂਟਰੀ ਸੋਲਿਊਸ਼ਨ ਆ ਗਿਆ, ਪਾਰਟੀਕਲ ਕੱਢਾਂਗੇ ਆਪਾਂ। ਇਹ ਧਿਆਨ ਰੱਖਣਾ ਹੈਗਾ ਆਪਾਂ ਨੇ, ਇਹ ਕਾਂਸਟੈਂਟ ਸਾਰਾ ਬਾਹਰ ਰੱਖ ਲਿਆ ਆਪਾਂ ਨੇ। ਕਾਂਸਟੈਂਟ ਕਿਉਂ ਆ? ਬਿਕੋਜ਼ ਡੈਰੀਵੇਟਿਵ t ਨਾਲ ਹੋ ਰਿਹਾ, ਤਾਂ t ਵੇਰੀਏਬਲ ਲੈਣਾ ਆਪਾਂ ਉਰੇ। ਇਸ ਤਰ੍ਹਾਂ ਕਾਂਸਟੈਂਟ ਬਾਹਰ ਨਿਕਲ ਗਿਆ ਸਾਰਾ ਇਹ, ਅਤੇ ਪਹਿਲਾਂ ਵੀ ਕੀਤਾ ਜਿਹੜਾ 1 ਰਹਿ ਜਾਏਗਾ, 1 ਨੂੰ ਆਪਾਂ e ਦੀ ਪਾਵਰ 0t ਪਾ ਸਕਦੇ ਹਾਂ, ਅਤੇ 0 ਭਰਤਾ t ਨੂੰ ਆਪਾਂ। ਇਹ ਆਪਣਾ ਆਂਸਰ ਕਰਕੇ ਪਾਰਟੀਕੂਲਰ ਸੋਲਿਊਸ਼ਨ ਆ ਗਿਆ। S ਕੱਟਤਾ ਆਪਾਂ, ਇੱਕ ਇਹ ਆ ਗਿਆ ਪਾਰਟੀਕੂਲਰ ਸੋਲਿਊਸ਼ਨ। ਤਾਂ ਜਨਰਲ ਸੋਲਿਊਸ਼ਨ ਜਿਹੜਾ ਹੈਗਾ ਆਪਣੇ ਕੋਲ ਕੰਪਲੀਮੈਂਟਰੀ ਪਲੱਸ ਪਾਰਟੀਕੂਲਰ ਐਡ ਕਰਤੇ, ਆਪਣਾ ਆਂਸਰ ਆ ਗਿਆ। ਹੁਣ ਕੰਡੀਸ਼ਨ ਤੁਸੀਂ ਯਾਦ ਦਿਮਾਗ ਲਾ ਸਕਦੇ, ਇਹਦੇ ਵਿੱਚ ਇੱਕੋ ਕਾਂਸਟੈਂਟ ਫਾਈਂਡ ਕਰਨਾ ਆਪਾਂ, ਤਾਂ ਕੰਡੀਸ਼ਨ ਇੱਕੋ ਹੀ ਚਾਹੀਦੀ ਆ, ਉਹ ਇੱਕੋ ਕੰਡੀਸ਼ਨ ਆਪਾਂ ਨੂੰ ਇਹਦੇ ਵਿੱਚ ਗਿਵਨ ਆ। ਹੁਣ ਆਪਾਂ ਪਹਿਲਾਂ ਵਾਂਗੂ ਕਾਂਸਟੈਂਟ ਫਾਈਂਡ ਕਰਨ ਵਾਸਤੇ ਪਹਿਲਾਂ ਫਾਈਨਾਈਟ ਫੋਰੀਅਰ ਸਾਈਨ ਟਰਾਂਸਫਾਰਮ ਲੈਣਾ ਦੋਨੇ ਪਾਸੇ, 0 to ਪਾਈ ਸਾਈਨ S ਪਾਈ X ਬਾਏ L ਜਿਹੜਾ ਉਰੇ ਪਾਈ ਆ ਉਹ ਕੱਟ ਗਿਆ, ਇਹ cos ਕਰਕੇ ਆ ਗਿਆ ਆਪਣੇ ਕੋਲ। cos S ਪਾਈ ਜਿਹੜਾ ਹੋ ਗਿਆ -1 ਦੀ ਪਾਵਰ S ਹੋ ਗਿਆ ਆਪਣੇ ਕੋਲ। ਅਤੇ ਅੱਗੇ ਇਸ ਤੋਂ ਬਾਅਦ ਅੱਗੇ ਸੋਲਵ ਕਰਾਂਗੇ ਆਪਾਂ। ਇਹਦੇ ਵੀ ਥੋੜ੍ਹਾ ਠੀਕ ਕਰ ਲਿਓ, ਇੱਥੇ ਨੈਗੇਟਿਵ ਸਾਈਨ ਆਏਗਾ, ਉਹ ਪਾਇਆ ਨਹੀਂ ਹੋਇਆ। cos S ਪਾਈ ਜਿਹੜਾ -1 ਦੀ ਪਾਵਰ S ਹੋ ਗਿਆ। ਇਸ ਤੋਂ ਬਾਅਦ t ਨੂੰ ਆਪਾਂ 0 ਪੁੱਟ ਕੀਤਾ ਉਹਦੇ ਵਿੱਚ ਪਿਛਲੀ ਸਟੇਟਮੈਂਟ 'ਚ t ਨੂੰ 0 ਪੁੱਟ ਕੀਤਾ ਵੈਲਿਊ ਕੱਢਣ ਵਾਸਤੇ, ਉਹ ਨੈਗੇਟਿਵ ਸਾਈਨ ਸੀਗਾ।
ਐਂਡ ਇਹ ਆ ਗਿਆ ਆਪਣੇ ਕੋਲ T0 ਭਰਿਆ ਤੇ ਇਹ ਵੈਲਿਊ ਬਣ ਗਈ, ਇਹਦੀ ਵੈਲਿਊ ਭਰਤੀ, ਇੱਥੇ ਨੈਗੇਟਿਵ ਸਾਈਨ ਸੀਗਾ, ਆਹ ਠੀਕ ਕਰ ਲਿਓ ਸਾਈਨ, ਇੱਥੇ ਨੈਗੇਟਿਵ ਸਾਈਨ ਸੀਗਾ। ਅਤੇ ਇਹਨੂੰ ਆਪਾਂ ਦੂਜੇ ਪਾਸੇ ਲੈ ਗਏ ਟਰਮ ਨੂੰ, ਇਹ ਟਰਮ ਦੂਜੇ ਪਾਸੇ ਲੈ ਗਏ, ਇਹਨੂੰ ਇਹ 1 ਤੱਕ ਕੱਟ ਗਿਆ ਆਪਣਾ, ਇਹ ਜੋੜ ਕੇ 2 - 1 ਦੀ ਪਰ S/S ਆ ਗਿਆ। ਇਹ ਵੈਲਿਊ ਆਪਾਂ ਸਟੇਟਮੈਂਟ ਦੇ ਵਿੱਚ ਪੁੱਟ ਕਰਤੀ ਤਾਂ ਆਪਣੇ ਕੋਲ ਇਹ ਸੋਲਿਊਸ਼ਨ ਆ ਗਿਆ ਓਵਰਆਲ। ਹੁਣ ਇਹਦਾ ਇਸ ਤੋਂ ਬਾਅਦ VS ਬਾਰ, ਫਿਰ ਆਪਾਂ ਇਨਵਰਸ ਫਾਈਨਾਈਟ ਫੋਰੀਅਰ ਸਾਈਨ ਟ੍ਰਾਂਸਫਾਰਮ ਲਿਆ। ਹੁਣ ਇਨਵਰਸ ਕਿਵੇਂ ਲੈਣਾ ਹੁੰਦਾ, ਪਿੱਛੇ ਕੀਤਾ ਹੋਇਆ ਹੈਗਾ, ਇੱਕ ਤਾਂ 2/L ਆਊਗਾ, ਇਹ ਸਾਰਾ ਫੰਕਸ਼ਨ ਐਜ਼ ਇਟ ਇਜ਼ ਆ ਜਾਏਗਾ, ਨਾਲ ਆਊਗਾ ਸਾਈਨ S πx/L, ਉਰੇ ਪਾਈ ਹੈ ਜੀ, ਅਤੇ ਇਹ ਸਾਈਨ X, ਇਹਨੂੰ ਪਹਿਲਾਂ ਇਹਨਾਂ ਮਲਟੀਪਲਾਈ ਕਰ ਲਿਆ ਅਤੇ ਇਹ ਟਰਮ ਇਹਨਾਂ ਮਲਟੀਪਲਾਈ ਕਰ ਲਈ ਸਾਰੇ ਨਾਲ, ਬਸ ਦੋ ਸਮੇਸ਼ਨ ਬਣਾ ਲਿਆ ਆਪਾਂ। ਉਰੇ ਤੱਕ ਆਪਣਾ ਆਨਸਰ ਠੀਕ ਆ, ਅੱਗੇ ਲੋੜ ਨਹੀਂ ਸੋਲਵ ਕਰਨ ਦੀ। ਅੱਗੇ ਸੋਲਵ ਵੈਸੇ ਮੈਂ ਤਾਂ ਕਰ ਰਿਹਾ ਹੈਗਾ, ਵੈਸੇ ਉਰੇ ਤੱਕ ਵੀ ਠੀਕ ਆ ਆਪਣਾ ਆਨਸਰ। ਪਿੱਛੇ ਬੁੱਕ ਵਾਲਾ ਆਨਸਰ ਮੈਚ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ, ਤਾਂ ਉਹਦੇ ਵਾਸਤੇ ਅੱਗੇ ਸੋਲਵ ਕਰ ਰਿਹਾ ਹੈਗਾ। ਹੁਣ ਲੈਟ ਆਪਾਂ FX ਆਪਣੇ ਕੋਲੋਂ ਮੰਨ ਲਿਆ। ਹੁਣ ਇਹ ਕਿੱਦਾਂ ਮੰਨਿਆ, ਬਿਕੋਜ਼ ਬੁੱਕ ਵਾਲਾ ਆਨਸਰ ਮੈਚ ਕਰਾਉਣਾ, ਤਾਂ ਇਹ ਆਪਣੇ ਕੋਲੋਂ ਮੰਨ ਲਿਆ। ਵੈਸੇ ਐਕਚੁਅਲੀ ਗੱਲ ਕੀ ਹੈਗੀ ਆ, ਬੁੱਕ ਦੇ ਵਿੱਚ ਦੇਖੋਗੇ ਆਹ ਟਰਮ ਤਾਂ ਮੈਚ ਕਰ ਰਹੀ ਆ, ਇਹ ਟਰਮ ਦੀ ਥਾਂ 'ਤੇ ਆਹ ਟਰਮ ਆ ਰਹੀ ਹੈ, ਇਹ ਦੋਨੇ ਮੈਚ ਕਰਾਉਣੀ ਆ ਆਪਾਂ ਨੇ, ਇਸ ਕਰਕੇ ਬੁੱਕ 'ਚੋਂ ਦੇਖ ਕੇ ਆਹ ਟਰਮ ਮੰਨੀ। ਵੈਸੇ ਹੀ ਆਪਣਾ ਆਨਸਰ ਉਰੇ ਤੱਕ ਠੀਕ ਆ, ਆਪਾਂ ਨੂੰ ਲੋੜ ਨਹੀਂ ਬੁੱਕ ਦਾ ਆਨਸਰ, ਬੁੱਕ ਤੱਕ ਜਿਵੇਂ ਆਨਸਰ ਕੱਢਿਆ ਹੋਇਆ, ਵੈਸੇ ਮੈਚ ਕਰਾਉਣ ਵਾਸਤੇ ਅੱਗੇ ਸੋਲਵ ਕਰ ਰਿਹਾ ਹੈਗਾ। ਚਲੋ FX ਇਹ ਮੰਨ ਲਿਆ, ਵੈਸੇ ਹੀ ਬੁੱਕ 'ਚੋਂ ਦੇਖ ਕੇ ਮੰਨਿਆ ਹੈਗਾ। ਤਾਂ ਇਹ ਤਾਂ ਆਪਾਂ ਨੇ ਫਾਈਨਾਈਟ ਫੋਰੀਅਰ ਸਾਈਨ ਟ੍ਰਾਂਸਫਾਰਮ ਲੈ ਲਿਆ, ਇਹ ਆ ਗਿਆ ਸਾਈਨ ਆ ਜਾਏਗਾ, ਇਹਦੀ ਇੰਟੀਗ੍ਰੇਸ਼ਨ ਪਾਰਟ ਜਿਵੇਂ ਪਹਿਲਾਂ ਕਰਦੇ ਆ ਰਹੇ ਹਾਂ, ਇਹ ਫਸਟ ਫੰਕਸ਼ਨ ਨੇ, ਸੈਕਿੰਡ ਫੰਕਸ਼ਨ, ਇਹ ਆ ਗਿਆ ਆਪਣੇ ਕੋਲ ਫਸਟ ਐਜ਼ ਰੇ ਇੰਟੀਗ੍ਰੇਸ਼ਨ ਸੈਕਿੰਡ, ਡੈਰੀਵੇਟਿਵ ਫਸਟ ਕੀਤਾ, ਫਿਰ ਇੰਟੀਗ੍ਰੇਸ਼ਨ ਸੈਕਿੰਡ ਕਰਤੀ ਆਪਾਂ ਨੇ, ਫਿਰ ਲਿਮਟਾਂ ਪੁੱਟ ਕਰਤੀਆਂ ਜੀ। ਇਹ 'ਚ ਚੈੱਕ ਕਰ ਸਕਦੇ ਲਿਮਟਾਂ ਕਿੱਦਾਂ ਪੁੱਟ ਕੀਤੀਆਂ। ਜੇ ਪਾਈ ਭਰਾਂਗੇ ਆਪਾਂ, ਇਹ ਵੈਲਿਊ ਜਿਹੜੀ ਹੈਗੀ ਆਪਣੇ ਕੋਲ 3 ਬਣ ਜਾਏਗੀ, ਇਹਦੇ 'ਚ ਭਰਾਂਗੇ ਇਹ -1 ਦੀ ਪਰ S ਆ ਜਾਏਗਾ, 0 ਭਰਿਆ ਆਪਾਂ, ਇਹ 1 ਆ ਜਾਏਗਾ, cos 0 1, ਇਹ ਮਾਈਨਸ ਆ, -1 ਆ ਜਾਏਗਾ, ਉਹ 'ਚ ਚੈੱਕ ਕਰ ਲਿਓ। ਪਾਈ ਭਰਿਆ ਸਾਈਨ S ਪਾਈ ਵੀ 0, 0 ਭਰਿਆ ਵੀ 0, ਤਾਂ ਇਹ ਵੈਲਿਊ ਆ ਗਈ ਆਪਣੇ ਕੋਲ। ਅਤੇ ਇਸ ਤੋਂ ਬਾਅਦ ਸੋਲਵ ਕਰਕੇ ਇਹਦਾ ਆਨਸਰ ਇਹ ਆ ਗਿਆ ਆਪਣੇ ਕੋਲ ਜੀ। ਤਾਂ ਉੱਧਰ ਜਾ ਕੇ ਆਪਾਂ ਨੇ ਇਨਵਰਸ ਬਣ ਗਿਆ ਇਹ, ਅਤੇ ਇਨਵਰਸ ਕਿਵੇਂ ਕੱਢਣਾ ਹੁੰਦਾ, 2/π ਪਾਉਣਾ ਹੁੰਦਾ, ਇਹ ਫੰਕਸ਼ਨ ਐਜ਼ ਇਟ ਇਜ਼ ਪਾਉਣਾ ਹੁੰਦਾ, ਅਤੇ ਸਾਈਨ S πx/L ਹੋ ਗਿਆ। ਹੁਣ ਗੌਰ ਨਾਲ ਦੇਖੀਏ ਆਪਾਂ, FX ਇਹਦੇ ਇਕੁਅਲ ਸ਼ੋਅ ਕੀਤਾ ਆਪਾਂ ਨੇ, ਇਹ ਇਹੀ ਚੀਜ਼ ਹੈ ਸਾਰੀ ਦੀ, ਗੌਰ ਨਾਲ ਦੇਖੀਏ ਸੇਮ ਚੀਜ਼ ਬਣ ਗਈ ਉਹਦੇ ਨਾਲ ਦੀ। ਤਾਂ ਇਹ FX ਆ, ਤਾਂ ਉਹਦੇ FX ਦੀ ਵੈਲਿਊ ਭਰਤੀ ਆਪਾਂ ਨੇ, ਇਹ ਆਪਾਂ ਨੇ ਇਹ ਆਨਸਰ ਆ ਗਿਆ ਆਪਣਾ। ਅਤੇ ਇਹ ਵੈਸੇ ਹੀ ਬੁੱਕ 'ਚੋਂ ਆਨਸਰ ਮੈਚ ਕਰ, ਆਪਣਾ ਧਿਆਨ ਨਹੀਂ ਲਾਉਣਾ ਨਾ ਕਿ FX ਮੰਨਣਾ ਕੀ ਹੈ, ਵੈਸੇ ਹੀ ਬੁੱਕ ਦਾ ਆਨਸਰ ਮੈਚ ਕਰਨ ਵਾਸਤੇ ਕੀਤਾ। ਵੈਸੇ ਪਿਛਲਾ ਆਨਸਰ ਆਪਣਾ ਠੀਕ ਸੀ ਉੱਥੇ ਤੱਕ। ਹੁਣ ਨਾਲ ਕੁਐਸਚਨ ਇੱਕ ਹੋਰ ਪੁੱਛਿਆ ਸੀ ਇਹਨਾਂ ਨੇ ਇਹਦੇ ਵਿੱਚ ਹੀ, ਕਿ ਇਹ ਫਿਜ਼ੀਕਲੀ ਆਪਾਂ ਇੰਟਰਪ੍ਰੈਟ ਕਰਨੀ ਹੈ। ਇੰਟਰਪ੍ਰੀਟੇਸ਼ਨ ਕੀ ਹੁੰਦੀ ਹੈਗੀ, ਆਪਾਂ ਦੱਸਣਾ ਕਿ ਇਹ ਫਿਜ਼ੀਕਲੀ ਕਿਵੇਂ, ਮਤਲਬ ਇਹਦੀ ਮੈਥਮੈਟਿਕਲ ਫਾਰਮ ਦਿੱਤੀ ਹੋਈ ਆ, ਇਹਦੀ ਆਪਾਂ ਨੇ ਇਹਨੂੰ ਵਰਡਿੰਗ 'ਚ ਕਨਵਰਟ ਕਰਨਾ, ਉਹ ਕਰ ਰਹੇ ਹਾਂ ਆਪਾਂ ਵਰਡਿੰਗ ਦੇ ਵਿੱਚ ਕਨਵਰਟ। ਆਪਾਂ ਨੂੰ ਪਤਾ ਕਿ ਹੀਟ ਇਕੁਏਸ਼ਨ ਹੈ, ਇਹ ਪਹਿਲਾਂ ਦਿੱਤੀ ਹੋਈ ਹੈ। ਜੇ ਹੀਟ ਇਕੁਏਸ਼ਨ ਹੈ ਕਿ λ1 ਆ, ਚਲੋ ਉਰੇ ਤਾਂ ਹੀਟ ਦੀ ਗੱਲ ਹੋ ਰਹੀ ਹੈ। ਇੱਕ ਆਹ ਕੰਡੀਸ਼ਨ ਆਪਾਂ ਨੂੰ ਕੀ ਬਣਾ Vx0, ਮਤਲਬ ਕਿ ਜਿਹੜਾ ਹੈਗਾ ਇਨੀਸ਼ੀਅਲੀ ਟੈਂਪਰੇਚਰ ਜਿਹੜਾ ਸਲੈਬ ਦਾ ਸੀਗਾ ਉਹ 1 ਸੀਗਾ। ਇਨੀਸ਼ੀਅਲੀ ਕਿਉਂ ਆ, ਬਿਕੋਜ਼ T0 ਆ ਉਰੇ, T0 ਮਤਲਬ ਹੁੰਦਾ ਇਨੀਸ਼ੀਅਲੀ। ਉਸ ਤੋਂ ਬਾਅਦ V0T ਅਤੇ VπT, ਇਹ 3 ਇਕੁਅਲ, ਮਤਲਬ ਇਹ ਹੋ ਗਿਆ ਕਿ x = 0, ਪਹਿਲਾਂ x ਹੁੰਦਾ, ਅਤੇ x = π, ਇਹ ਦੋਨੇ ਸਲੈਬ x = 0 ਅਤੇ x = π ਦੇ ਉੱਪਰ ਗੱਲ ਹੋਈ, ਮਤਲਬ ਕਿ ਜਿਹੜੀ ਸਲੈਬ ਆ ਇੱਕ 0 ਤੋਂ ਲੈ ਕੇ π ਤੱਕ ਹੀ ਜਾ ਰਹੀ ਹੈ ਬਸ, ਸਲੈਬ ਫਾਈਨਾਈਟ ਆ, ਇਨਫਾਈਨਾਈਟ ਨਹੀਂ ਹੈਗੀ। ਇਹ ਬਾਊਂਡਰੀਜ਼ ਨੇ ਦੋਨੇ, ਅਤੇ ਇਹਦਾ ਮਤਲਬ ਕੀ ਹੋ ਗਿਆ ਕਿ 0 ਬਾਊਂਡਰੀ ਉੱਪਰ ਟਾਈਮ ਜੋ ਮਰਜ਼ੀ ਹੋਵੇ, ਟੈਂਪਰੇਚਰ 1 ਵਾਲਾ ਜਿਹੜੀ ਆਹ ਚੀਜ਼ ਹੈਗੀ ਆ ਮੇਨਟੇਨ ਕੀਤੀ ਹੋਈ ਆ 1 ਟੈਂਪਰੇਚਰ 'ਤੇ, ਉਵੇਂ ਪਾਈ ਜਿਹੜੀ ਸਲੈਬ ਦਾ ਐਂਡ ਪੁਆਇੰਟ ਹੈਗਾ ਉਹ ਵੀ ਟਾਈਮ ਜੋ ਮਰਜ਼ੀ ਹੋਵੇ 3 ਆ ਹਮੇਸ਼ਾ, ਮਤਲਬ ਇਹ 3 'ਤੇ ਮੇਨਟੇਨ ਕੀਤੀ ਹੋਈ ਆ। ਤਾਂ ਕੁਐਸਚਨ ਓਵਰਆਲ ਇਹ ਬਣ ਗਿਆ ਕਿ ਇੱਕ ਸਲੈਬ ਜਿਹਦਾ
ਫਾਈਨਾਈਟ ਸਲੈਬ ਆ 0 ਤੋਂ ਲੈ ਕੇ 1 ਦੇ ਵਿੱਚ। ਇਹ ਫੇਸ ਮੇਨਟੇਨ ਕੀਤਾ ਹੋਇਆ 1 'ਤੇ, ਇਹ ਫੇਸ ਮੇਨਟੇਨ ਕੀਤਾ ਹੋਇਆ ਹੈਗਾ 3 'ਤੇ। ਅਤੇ ਇਨੀਸ਼ੀਅਲ ਟੈਂਪਰੇਚਰ ਕਿੰਨਾ ਸੀਗਾ 1। ਆਪਾਂ ਨੇ ਐਕਸਪ੍ਰੈਸ਼ਨ ਫਾਈਂਡ ਕਰਨਾ ਹੈਗਾ V ਦਾ, ਹੀਟ ਦਾ। ਇਹ ਫਿਜ਼ੀਕਲ ਬਣ ਗਿਆ, ਉਹ ਲਿਖਿਆ ਹੈ। ਤਾਂ ਫਿਜ਼ੀਕਲ ਦੀ ਫਾਰਮ ਇਹ ਬਣ ਗਈ ਕਿ ਆਪਾਂ ਟੈਂਪਰੇਚਰ VXT ਐਟ ਐਨੀ ਪੁਆਇੰਟ ਐਟ ਐਨੀ ਟਾਈਮ ਹੈਗਾ। ਅਤੇ ਸਲੈਬ ਜਿਹੜੀ ਹੈਗੀ ਆਪਣੇ ਕੋਲ ਸਲੈਬ B ਆਏਗਾ ਜੀ ਉਰੇ। ਸਲੈਬ ਜਿਹੜੀ ਹੈਗੀ x=0 ਅਤੇ x=π ਦੇ ਵਿੱਚ, ਅਤੇ ਐਂਡ ਪੁਆਇੰਟ 0 'ਤੇ ਪਾਈ ਮੇਨਟੇਨ ਕੀਤੇ ਹੋਏ ਟੈਂਪਰੇਚਰ 1 ਅਤੇ 3 'ਤੇ ਇਨੀਸ਼ੀਅਲ ਟੈਂਪਰੇਚਰ ਜਿਹੜਾ ਹੈਗਾ ਉਹ 1 ਆ। ਇਹ ਫਿਜ਼ੀਕਲ ਇੰਟਰਪ੍ਰੀਟੇਸ਼ਨ ਹੋ ਗਈ ਜੀ। ਚਲੋ ਇੱਕ ਕੁਐਸਚਨ ਮੈਂ ਹੋਰ ਕਰਵਾਉਣਾ ਹੈਗਾ ਦਾ। ਫਿਰ ਉਸ ਤੋਂ ਬਾਅਦ ਇਹ ਫਾਈਨਾਈਟ ਫੋਰੀਅਰ ਕੋਸਾਈਨ ਟ੍ਰਾਂਸਫਾਰਮ ਦਾ ਇਹ ਥੋੜ੍ਹਾ ਜਿਹਾ ਇਹਦੇ 'ਚ ਇੱਕ ਪ੍ਰੋਬਲਮ ਹੈਗੀ ਆ। ਚਲੋ ਕੰਡੀਸ਼ਨਾਂ ਜੇ ਆਪਣੇ ਕੋਲ ਕੰਡੀਸ਼ਨ ਪਾਰਸ਼ਲ ਡੈਰੀਵੇਟਿਵ ਫਾਰਮ ਦਿੱਤੀ ਹੋਵੇ ਤਾਂ ਅੰਡਰਸਟੂਡ ਹੈ ਕਿ ਅੱਜ ਫਾਈਨਾਈਟ ਫੋਰੀਅਰ ਕੋਸਾਈਨ ਟ੍ਰਾਂਸਫਾਰਮ ਲਾਉਣੀ ਹੈਗੀ। ਮੈਂ ਥੋੜ੍ਹਾ ਤੇਜ਼ ਕਰ ਰਿਹਾ ਕੁਐਸਚਨ। ਇਹ ਜਿਹੜਾ ਟੋਪਿਕ ਮੈਂ ਸਮਝਾਉਣਾ ਹੈਗਾ ਉਹਦੇ ਉੱਪਰ ਥੋੜ੍ਹਾ ਟਾਈਮ ਲਾ ਲਾਂਗੇ ਆਪਾਂ। ਇਹ ਉਵੇਂ ਫਾਈਨਾਈਟ ਲਿਆ, ਜਿਵੇਂ ਆਪਣੇ ਕੋਲ ਹੋ ਗਿਆ ਇਹ ਬਾਹਰ ਨਿਕਲ ਗਿਆ, ਇਹ ਇੰਟੀਗ੍ਰੇਸ਼ਨ ਕੀਤੀ ਹੈਗੀ, ਤੁਸੀਂ ਚੈੱਕ ਕਰ ਲਿਓ। ਇਸ ਤੋਂ ਬਾਅਦ ਇੱਕੋ ਥੋੜ੍ਹੀ ਗੱਲ ਦੱਸਣੀ ਸੀ, ਇਹ 'ਚ ਹੋ ਰਹਿ ਗਈ ਸਟਾਰਟਿੰਗ 'ਚ। ਉਰੇ 0 to 6 ਆ x, ਤਾਂ ਉਰੇ L=6 ਆ, ਤਾਂ ਉਰੇ 6 ਲੈਣਾ ਆਪਾਂ ਨੂੰ, ਇਹ ਧਿਆਨ ਰੱਖੀਏ। ਅੱਗੇ ਸਾਰਾ ਉਵੇਂ ਸੋਲਵ ਕਰਦੇ ਆ ਰਹੇ ਹਾਂ। ਸਾਰੇ ਵੈਲਿਊਜ਼ ਆਪਾਂ ਨੂੰ ਪਤਾ ਨੇ, ਵੈਲਿਊਜ਼ ਪਤਾ ਪੁੱਟ ਕਰਤੀਆਂ। ਆਹ ਡਿਫਰੈਂਸ਼ੀਅਲ ਇਕੁਏਸ਼ਨ ਬਣ ਗਈ, ਇਹ ਆ ਗਿਆ ਜੀ, ਇਹ ਕੰਪਲੀਮੈਂਟਰੀ ਸੋਲੂਸ਼ਨ ਆ ਗਿਆ, ਪਾਰਟੀਕਲ 0 ਹੋਊਗਾ, ਜਨਰਲ ਸੋਲੂਸ਼ਨ ਬਣ ਗਿਆ ਆਪਣੇ ਕੋਲ। ਉਵੇਂ VX0 ਦਿੱਤੀ ਹੋਈ ਹੈ, 'ਚ C1 ਕੱਢਣ ਵਾਸਤੇ ਕੰਡੀਸ਼ਨ ਬਣਾਵਾਂਗੇ ਆਪਾਂ। ਉਵੇਂ ਜਿਹੜਾ ਫਾਈਨਾਈਟ ਫੋਰੀਅਰ ਕੋਸਾਈਨ ਟ੍ਰਾਂਸਫਾਰਮ ਲਿਆ, ਇਹਦੀ ਇੰਟੀਗ੍ਰੇਸ਼ਨ ਬਾਏ ਪਾਰਟਸ ਕਰਤੀ ਜੀ। ਆਹ ਆਪਣੀ ਵੈਲਿਊ ਆ ਗਈ। T0 ਪੁੱਟ ਕੀਤਾ, T0 ਪੁੱਟ ਹੋਏ C1 ਦੀ ਵੈਲਿਊ ਇਹ ਆ ਗਈ, ਚੈੱਕ ਕਰ ਸਕਦੇ ਹੋ। ਇਹ ਸੌਖਾ ਹੀ ਹੈ, ਮੈਂ ਤਾਂ ਥੋੜ੍ਹੀ ਸਪੀਡ ਤੇਜ਼ ਕੀਤੀ ਹੋਈ ਆ। ਇਹ ਕੰਪਲੀਮੈਂਟਰੀ ਸੋਲੂਸ਼ਨ ਆਪਣੇ ਕੋਲ ਆ ਗਿਆ। ਕੰਪਲੀਮੈਂਟਰੀ ਪਾਰਟੀਕਲ ਜੋੜ ਕੇ ਓਵਰਆਲ ਜਨਰਲ ਸੋਲੂਸ਼ਨ ਆਪਣੇ ਕੋਲ ਬਣ ਗਿਆ ਜੀ। ਹੁਣ ਇਹਦੇ ਵਿੱਚ ਆਪਾਂ ਦੇਖੋ ਧਿਆਨ ਨਾਲ, ਇਹਦੇ ਵਿੱਚ ਆਪਾਂ ਹੁਣ ਇਹ 'ਚ ਨਵੀਂ ਗੱਲ ਇਹ ਹੈ ਕਿ ਆਪਾਂ ਨੇ ਇਨਵਰਸ ਫਾਈਨਲ ਫੋਰੀਅਰ ਟ੍ਰਾਂਸਫਾਰਮ ਕੀਤੀ ਤਾਂ ਪਹਿਲਾਂ 1/L ਆਊਗਾ, ਉਰੇ V0 ਆਉਂਦਾ ਹੁੰਦਾ, V⁻0, ਉਰੇ 2/L ਆਉਂਦਾ ਹੁੰਦਾ, ਅਤੇ ਇਹ ਸਾਰਾ ਫੰਕਸ਼ਨ ਐਜ਼ ਇਟ ਇਜ਼ ਆਊਗਾ ਇੱਥੇ ਫਾਰਮੂਲੇ ਦੇ ਵਿੱਚ, ਅਤੇ ਨਾਲ cos S πx/6 ਆ ਜਾਏਗਾ। ਹੁਣ ਇਹ ਵੈਲਿਊ ਆਪਾਂ ਕਿੱਦਾਂ ਫਾਈਂਡ ਕਰਨੀ ਹੈ, ਥੋੜ੍ਹੀ ਇਹਦੇ 'ਚ ਇੰਪੋਰਟੈਂਟ ਆ। ਇਹ ਤਾਂ ਇੱਦਾਂ ਹੀ ਆ ਗਿਆ। ਇਹ ਵੈਲਿਊ ਕਿੱਦਾਂ ਫਾਈਂਡ ਕਰਨੀ, ਇਹ ਵੈਲਿਊ ਤੁਸੀਂ ਜਿਹੜੀ ਕੰਡੀਸ਼ਨ ਗਿਵਨ ਹੈਗੀ ਆ, ਇਨੀਸ਼ੀਅਲ ਕੰਡੀਸ਼ਨ ਕਹਿ ਸਕਦੇ ਆਪਾਂ ਆਹ ਵਾਲੀ, ਇਹਦੇ ਵਿੱਚੋਂ ਫਾਈਂਡ ਕਰਨੀ ਹੈ। ਚਲੋ ਦੇਖੋ ਧਿਆਨ ਨਾਲ, ਇਹਦੇ ਵਿੱਚ ਆਪਣੇ ਕੋਲ ਇਹਦਾ ਆਪਾਂ ਦੇਖੋ ਧਿਆਨ ਨਾਲ, ਆਹ ਸੀਗਾ ਫੋਰੀਅਰ। ਇਹਦੇ ਵਿੱਚ ਆਪਣੇ ਕੋਲ S=0 ਵਾਸਤੇ ਫਾਈਂਡ ਕਰਨੀ ਹੈ ਵੈਲਿਊ, 0 ਵਾਸਤੇ ਫਾਈਂਡ ਕਰਨੀ ਹੈ ਵੈਲਿਊ ਆਪਾਂ ਨੇ। ਇਹ T ਨਹੀਂ ਕੋਈ ਖਾਸ ਮੈਟਰ ਕਰਦਾ ਇਹਦੇ ਵਿੱਚ, ਆਹ ਚੀਜ਼ ਨਹੀਂ ਮੈਟਰ ਕਰਦੀ। 0 ਵਾਸਤੇ ਕਰਨੀ ਹੈ ਫਾਈਂਡ, ਤਾਂ ਇਹ 'ਚ ਆਪਾਂ 0 ਭਰ ਦੇਵਾਂਗੇ, ਉਹ 0 ਆ ਜਾਏਗਾ। ਅਤੇ ਇਹ 0 ਭਰਤਾ ਆਪਾਂ ਨੇ। ਇਹ cos 0 ਜਿਹੜਾ ਆਪਣੇ ਕੋਲ ਉਹ 1 ਹੋ ਗਿਆ, ਇਹਦੀ ਇੰਟੀਗ੍ਰੇਸ਼ਨ ਕਰ ਦੇਵਾਂਗੇ, ਇਹ ਆਪਣੇ 36 ਆ ਗਿਆ। ਇਹ ਵੈਲਿਊ ਆਪਾਂ ਚੱਕ ਕੇ 'ਚ ਭਰ ਦੇਵਾਂਗੇ, ਇਹ ਆਪਣਾ ਓਵਰਆਲ ਆਨਸਰ ਬਣ ਗਿਆ। ਅਤੇ ਹੁਣ ਕਈਆਂ ਦੇ ਸ਼ਾਇਦ ਦਿਮਾਗ ਦੇ ਵਿੱਚ ਇਹ ਗੱਲ ਆ ਰਹੀ ਹੋਵੇ ਕਿ ਆਹ V ਕੱਢ ਚੁੱਕੇ ਹਾਂ ਆਪਾਂ, ਜੇ ਇਹਦੇ ਵਿੱਚ ਹੀ ਆਪਾਂ S ਨੂੰ 0 ਭਰ ਦਈਏ ਤਾਂ ਇਹਦੀ ਵੈਲਿਊ ਆ ਜਾਏਗੀ। ਤੁਸੀਂ ਭਰ ਕੇ ਦੇਖ ਸਕਦੇ ਹੋ, ਜੇ 'ਚ S ਨੂੰ 0 ਭਰੋਗੇ -1 ਦੀ ਪਾਵਰ 0 1 ਆ ਜਾਏਗਾ, 1 - 1 0 ਅਪੋਨ ਇਹ 0/0 ਫਾਰਮ ਬਣ ਜਾਏਗੀ, ਤਾਂ ਆਨਸਰ ਨਹੀਂ ਆਉਣਾ। ਫਿਰ ਇਹ ਉੱਦਾਂ ਹੀ ਕੱਢਣੀ ਆ ਸਟੇਟਮੈਂਟ ਦੇ ਵਿੱਚ, ਇਹ ਲੈ ਕੇ ਜੋ ਇਹਦਾ ਫਾਈਨਲ ਫੋਰੀਅਰ ਕੋਸਾਈਨ ਟ੍ਰਾਂਸਫਾਰਮ ਕਰਾਂਗੇ ਆਪਾਂ, ਉਹਦੇ ਵਿੱਚ S ਨੂੰ 0 ਭਰਨਾ, ਇੱਥੋਂ ਕਰਨੀ ਹੈ ਬਸ। ਇਹ ਤੁਸੀਂ ਧਿਆਨ ਰੱਖਣੀ ਹੈ। ਚਲੋ ਇਹ ਤੁਹਾਡਾ ਟੋਪਿਕ ਇਹ ਕੰਪਲੀਟ ਆ। ਆਪਣਾ ਇੱਕ ਇਸ ਤੋਂ ਬਾਅਦ ਇੱਕ ਚੈਪਟਰ ਰਹਿ ਗਿਆ ਆਪਣਾ ਡਿਸਕ੍ਰੀਟ ਮੈਥਮੈਟਿਕਸ ਦਾ ਫਸਟ ਚੈਪਟਰ। ਬਾਕੀ ਜੋ ਤੁਹਾਡੀ ਇਹਦੀ ਪ੍ਰੋਬਲਮਸ ਹੋਣਗੀਆਂ ਉਹ ਤੁਸੀਂ ਪ੍ਰੋਬਲਮ ਨਾਲ ਸ਼ੇਅਰ ਕਰ ਲਿਓ, ਅਤੇ ਕੋਈ ਪ੍ਰੋਬਲਮ ਹੋਈ ਤਾਂ WhatsApp 'ਤੇ ਪੁੱਛ ਸਕਦੇ ਹੈਗੇ। ਥੈਂਕ ਯੂ।